ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਬੰਧਕ ਸੱਜਣਾ ਔਰ ਇੱਥੋਂ ਦੀ ਸਾਰੀ ਸੇਵਾ ਕਰਨ ਵਾਲੀ ਟੀਮ ਔਰ ਸੰਗਤ ਦਾ ਮੈਂ ਧੰਨਵਾਦੀ ਹਾਂ, ਜਿਨ੍ਹਾਂ ਦੇ ਖਾਸ ਉਪਰਾਲੇ ਦਾ ਸਦਕਾ ਅਸੀਂ ਆਪ ਜੀ ਦੀ ਸੇਵਾ 'ਚ ਲੜੀਵਾਰ ਪ੍ਰੋਗਰਾਮ ਕਰਨ ਵਾਸਤੇ ਹਾਜ਼ਰ ਹੋਏ ਹਾਂ। ਅਸੀਂ ਆਪਣੇ ਲੜੀਵਾਰ ਟੌਪਿਕ ਵਿੱਚ ਰਾਮਕਲੀ ਸਦ ਟੌਪਿਕ ਨੂੰ ਸਮਝਣ ਦਾ ਯਤਨ ਕਰ ਰਹੇ ਹਾਂ ਅਤੇ ਅੱਜ ਸਾਡਾ ਉਸ ਦਾ ਦੂਸਰਾ ਦਿਨ ਹੈ। ਕੱਲ੍ਹ ਅਸੀਂ ਉਸ ਦੀ ਪ੍ਰੀਫੇਸ ਬਾਰੇ ਕੁਝ ਸਮਝਣ ਦਾ ਯਤਨ ਕੀਤਾ ਸੀ। ਉਸ ਨੂੰ ਰੀਕੈਪ ਕਰਨ ਵਾਸਤੇ ਸਿਰਫ ਇਤਨੀ ਮੈਂ ਸਾਂਝ ਕਰ ਸਕਦਾ ਹਾਂ ਕਿ ਹੁਣ ਤੱਕ ਅਸੀਂ ਆਪਣੇ ਜੀਵਨ ਵਿੱਚ ਸਾਡੇ ਆਸ-ਪਾਸ ਜਾਣ ਪਛਾਣ ਤੋਂ ਲੈ ਕੇ ਲੋਕਾਂ ਨੂੰ ਸਾਡੇ ਤੋਂ ਵਿਛੜਦਿਆਂ ਦੇਖਿਆ, ਜਿਸ ਨੂੰ ਅਸੀਂ ਕਹਿੰਦੇ ਹਾਂ ਫਲਾਣਾ ਸਾਡਾ ਪ੍ਰਾਣੀ ਸਾਡੇ ਤੋਂ ਵਿਛੜ ਗਿਆ, ਮੀਨਸ ਹਮੇਸ਼ਾ ਲਈ ਚਲਾ ਗਿਆ, ਜਿਸ ਨੂੰ ਅਸੀਂ ਕਹਿੰਦੇ ਹਾਂ ਕੋਈ ਸਾਡਾ ਵਾਕਫ ਜਾਣਨ ਵਾਲਾ ਮਰ ਗਿਆ। ਉਸ ਦੇ ਮਰਨ ਤੋਂ ਬਾਅਦ ਜੋ ਕਿਰਿਆਕਰਮ ਕੀਤੇ ਜਾਂਦੇ ਹਨ ਉਹ ਅਸੀਂ ਸਭ ਨੇ ਦੇਖੇ ਹੋਏ ਹਨ। ਲੇਕਿਨ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਤਾਂ ਬਾਣੀ 'ਚ ਸਾਨੂੰ ਜੀਵਤਿਆਂ ਮਰ ਰਹੀਏ ਸਿਖਾਇਆ ਹੈ। ਤਾਂ ਮੈਨੂੰ ਸਿਖਾਇਆ ਕਿ ਜੀਂਦੇ ਜੀ ਆਪਣਾ ਕਿਰਿਆਕਰਮ ਕਿਵੇਂ ਕਰਨਾ ਹੈ। ਇਹ ਰਾਮਕਲੀ ਸਦ ਦਾ ਮੈਸੇਜ ਹੈ। ਕੱਲ੍ਹ ਅਸੀਂ ਇਤਨਾ ਵੀ ਸਮਝਿਆ ਸੀ ਕਿ ਸੋਹਿਲਾ ਜਿਹੜੀ ਬਾਣੀ ਹੈ ਉਹਦੇ ਵਿੱਚ ਸੰਬਤ ਸਾਹ ਲਿਖਿਆ, ਮਿਲ ਕਰ ਪਾਵੋ ਤੇਲ ਦਿਓ ਸੱਜਣ ਸੀਸਣੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਸਾਹਿਬ ਮੀਨਸ ਗੋਡ, ਸਾਹਿਬ ਮੀਨਸ ਮੇਰਾ ਮਨ, ਔਰ ਮੇਰਾ ਮਨ ਜਦੋਂ ਰੱਬ ਗੋਡ ਨਾਲ ਮਰਜ ਹੋ ਜਾਂਦਾ ਤਾਂ ਮੇਰਾ ਮਨ ਸਾਹਿਬ ਬਣ ਜਾਂਦਾ ਔਰ ਮੇਰੇ ਇਸ ਸਰੀਰ ਨੂੰ ਡਿਵਾਈਨ ਪਾਵਰ ਨਾਲ, ਜਿਸ ਨੂੰ ਅਸੀਂ ਡਿਵਾਈਨ ਇੰਟਲੈਕਟ ਕਹਿੰਦੇ ਹਾਂ, ਉਹਦੇ ਨਾਲ ਚਲਾਉਣ ਯੋਗ ਹੋ ਜਾਂਦਾ ਹੈ। ਸੋਹਿਲਾ ਬਾਣੀ ਵੀ ਰੱਬੀ ਮਿਲਨ ਦੀ ਅਵਸਥਾ ਸਿਖਾਉਂਦੀ ਹੈ। ਮਹਿਲਾ ਨੂੰਹਾਂ ਦੀ ਬਾਣੀ ਵੀ ਰੱਬੀ ਮਿਲਨ ਦੀ ਅਵਸਥਾ ਸਿਖਾਉਂਦੀ ਹੈ। ਅਤੇ ਜਦੋਂ ਅਸੀਂ ਐਸੇ ਸ਼ਬਦ ਪੜ੍ਹਦੇ ਹਾਂ, ਹੈ ਕੋ ਐਸੋ ਹਮਰਾ ਮੀਤ ਬੰਧਨ ਤੇ ਛੁਟਕਾਵੇ, ਪ੍ਰਭੂ ਮਿਲਾਵੇ ਹਰ ਹਰ ਨਾਮ ਜਪਾਵੇ, ਤਾਂ ਐਸੀ ਬਾਣੀ ਵੀ ਸਾਰੀ ਪੜ੍ਹ ਕੇ ਸਾਨੂੰ ਪਤਾ ਲੱਗਦਾ ਹੈ ਕਿ ਬਾਣੀ ਸਾਨੂੰ ਸਿਖਾ ਰਹੀ ਹੈ ਤੂੰ ਜੀਂਦੇ ਜੀ ਰੱਬ ਨੂੰ ਮਿਲਣਾ ਹੈ। ਇਹ ਇੱਕ ਵਿਲੱਖਣ ਦੇਣ ਹੈ ਬਾਣੀ ਦੀ। ਹੁਣ ਤੱਕ ਅਸੀਂ ਸਾਰਿਆਂ ਨੇ ਸੁਣਿਆ ਹੋਇਆ, ਹਜ਼ਾਰਾਂ ਸਾਲਾਂ ਤੋਂ ਸੁਣਿਆ ਹੋਇਆ, ਉਹ ਸਾਡੇ ਦਿਮਾਗ ਵਿੱਚ ਗੱਲ ਬੈਠੀ ਹੋਈ ਹੈ, ਸਾਡੇ ਰਗ ਰਗ ਵਿੱਚ ਬੈਠੀ ਹੋਈ ਹੈ ਕਿ ਜਿਸ ਦਿਨ ਮਰ ਜਾਵਾਂਗੇ ਸਰੀਰਕ ਤੌਰ 'ਤੇ, ਮਰਨ ਤੋਂ ਬਾਅਦ ਰੱਬ ਦੇ ਘਰ ਜਾਵਾਂਗੇ। ਬਸ ਇਹੀ ਇੱਕੋ ਪੁਆਇੰਟ ਹੈ ਜਿਹਦੇ ਕਾਰਨ ਸਾਨੂੰ ਸਾਰਾ ਭੁਲੇਖਾ ਇਹ ਪਿਆ ਹੋਇਆ। ਮਰਨ ਤੋਂ ਬਾਅਦ ਕੋਈ ਸਵਰਗ ਹੁੰਦਾ ਹੈ, ਮਰਨ ਤੋਂ ਬਾਅਦ ਕੋਈ ਨਰਕ ਹੁੰਦਾ ਹੈ, ਮਰਨ ਤੋਂ ਬਾਅਦ ਕੋਈ ਰੱਬ ਜੀ ਦੇ ਚਰਨ ਹੁੰਦੇ ਨੇ, ਜਿਹਦੇ ਬਾਰੇ ਕਿਹਾ ਜਾਂਦਾ ਫਲਾਣਾ ਬੰਦਾ ਮਰ ਗਿਆ, ਉਹਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣਾ। ਔਰ ਜੀਂਦੇ ਜੀ ਰੱਬ ਜੀ ਨਾਲ ਇੱਕਮਿਕਤਾ ਕਿਵੇਂ ਪ੍ਰਾਪਤ ਕਰਨੀ ਹੈ, ਉਹਦੇ ਬਾਰੇ ਸਾਡਾ ਸਾਰਾ ਧਿਆਨ ਵਿਸਰ ਗਿਆ। ਵੀ ਆਰ ਡ੍ਰਿਫਟਿਡ ਅਵੇ ਫਰੋਮ ਦਾ ਟਰੂ ਪਾਥ। ਅਸੀਂ ਸੱਚ ਤੋਂ ਥਿੜਕ ਗਏ। ਰਾਮਕਲੀ ਸਦ ਟੌਪਿਕ ਜਿਹੜਾ ਸਾਨੂੰ ਵਿਚਾਰ ਕਰਨ ਦਾ ਸਮਾਂ ਮਿਲਿਆ ਹੈ, ਉਹਦੇ ਵਿੱਚ ਅਸੀਂ ਇਹ ਸਮਝ ਰਹੇ ਹਾਂ ਇਹ ਸੱਦਾ ਹੈ, ਸੁਨੇਹਾ ਹੈ, ਮੇਰੇ ਸਰੀਰਕ ਮਰਨ ਬਾਰੇ ਨਹੀਂ। ਮੈਨੂੰ ਜੀਂਦੇ ਜੀ ਜੀਵਤਿਆਂ ਮਰ ਰਹੀਏ ਸਿਖਾਇਆ ਜਾ ਰਿਹਾ ਹੈ। ਮੈਨੂੰ ਜੀਂਦੇ ਜੀ ਮੈਸੇਜ ਦਿੱਤਾ ਜਾ ਰਿਹਾ ਹੈ, ਦੇਖ ਘਰ ਘਰਿਓ ਪਹੁੰਚਾ ਸਦੜੇ ਨਿਤ ਪਵਨ। ਇਹ ਸੱਦਾ ਤੈਨੂੰ ਵੀ ਰੋਜ਼ ਮਿਲ ਰਿਹਾ ਹੈ ਕਿ ਤੂੰ ਰੱਬ ਨੂੰ ਜੀਂਦੇ ਜੀ ਪ੍ਰਾਪਤ ਕਰ ਸਕਦਾ ਹੈ। ਯੂ ਕੈਨ ਅਚੀਵ ਵਨਨੈਸ ਵਿਦ ਗੋਡ ਵਾਈਲ ਲਿਵਿੰਗ। ਇਹਦਾ ਮਤਲਬ ਗੁਰਮਤ ਆਪੇ ਹੀ ਆਨਸਰ ਨਾਲ ਹੀ ਨਾਲ ਦੇਣਾ ਸ਼ੁਰੂ ਕਰ ਦਿੰਦੀ ਹੈ। ਸਮਝ ਵੀ ਆਉਣਾ ਸ਼ੁਰੂ ਹੋ ਜਾਂਦਾ ਹੈ ਕਿ ਜੇ ਜੀਂਦੇ ਜੀ ਰੱਬ ਨਾਲ ਇੱਕਮਿਕਤਾ ਪ੍ਰਾਪਤ ਹੁੰਦੀ ਹੈ, ਇਹਦਾ ਮਤਲਬ ਸਾਲਵੇਸ਼ਨ ਵਾਈਲ ਲਿਵਿੰਗ ਵੀ ਗੁਰਮਤ ਸਿਖਾਉਂਦੀ ਹੈ। ਜੀਵਤ ਬੰਧਨ ਤੋਰੇ ਗੁਰਮਤ ਸਿਖਾਉਂਦੀ ਹੈ। ਪਰ ਬੰਧਨ ਟੁੱਟਦੇ ਕਿਸ ਤਰ੍ਹਾਂ ਨੇ? ਬਲ ਹੋਆ ਬੰਧਨ ਛੁਟੈ। ਬਲ ਕਿਹੜਾ? ਇਹ ਵਾਲੀ ਤਾਕਤ ਨਹੀਂ। ਬਲ ਮਤਲਬ ਸਤਿਗੁਰ ਦੀ ਮੱਤ ਦਾ ਤਾਕਤ, ਬਲ, ਉਹਨੂੰ ਕੁਦਰਤ ਕਹਿੰਦੇ ਨੇ। ਸਤਿਗੁਰ ਦੀ ਮੱਤ, ਬਲ, ਕੁਦਰਤ ਨੂੰ ਜਦੋਂ ਅਸੀਂ ਲੈ ਲੈਂਦੇ ਹਾਂ ਤਾਂ ਸਾਡੇ ਬੰਧਨ ਛੁੱਟਦੇ ਨੇ। ਜੇ ਨਾ ਲਈਏ ਤਾਂ ਉਹਨੂੰ ਕਹਿੰਦੇ ਨੇ ਬਲ ਛੁਟਕਿਓ ਬੰਧਨ ਪਰੈ, ਕਛੂ ਨਾ ਹੋਤ ਉਪਾਏ।
ਜਿਨ੍ਹਾਂ ਨੂੰ ਇਹ ਗੱਲ ਨਹੀਂ ਸਮਝ ਆਉਂਦੀ ਹੈ ਉਹ ਸੋਚਦੇ ਨੇ ਜੀ ਸਾਡੇ ਵੱਸ ਕੁਛ ਨਹੀਂ ਹੈ, ਮਰਨ ਤੋਂ ਬਾਅਦ ਆਪੇ ਘਰ ਵਾਲੇ ਕਿਰਿਆ ਕਰਮ ਕਰ ਦੇਣਗੇ, ਅਰਦਾਸ ਕਰ ਦੇਣਗੇ, 11ਵੇਂ ਮਹੀਨੇ ਮੇਰਾ ਵਰੀਣਾ ਕਰ ਦੇਣਗੇ, ਮੇਰੇ ਫੁੱਲ ਗੰਗਾ 'ਚ ਪ੍ਰਵਾਹ ਕਰ ਆਉਣਗੇ ਔਰ ਮੇਰੇ ਵਾਸਤੇ ਅਖੰਡ ਪਾਠ ਰਖਾ ਦੇਣਗੇ ਅਤੇ ਸਾਰਾ ਕੁਛ ਹੋ ਜਾਏਗਾ। ਜੀਂਦੇ ਜੀ ਕਛੂ ਨਾ ਹੋ ਤੁਪਾਏ, ਜੀਂਦੇ ਜੀ ਨਰਕੀ ਜੀਵਨ ਜੀਂਦੇ ਰਹੋ, ਜੀਂਦੇ ਜੀ ਅਪਸੈਟ ਰਹੋ, ਜੀਂਦੇ ਜੀ ਕਲਯੁਗ ਦੀ ਅਵਸਥਾ ਵਿੱਚ ਰਹੋ, ਕਲ ਕਲੇਸ਼ ਵਿੱਚ ਰਹੋ। ਇਸ ਕਰਕੇ ਸਾਨੂੰ ਇਹ ਖਿਆਲ ਹੀ ਨਹੀਂ ਆਉਂਦਾ ਕਿ ਗੁਰਮਤਿ ਕੌਨਸੈਪਟ ਸਮਝਾ ਰਹੀ ਹੈ ਤੂੰ ਜੀਂਦੇ ਜੀ ਜੁਗ ਜੁਗ ਫੇਰ ਬਟਾਈਏ ਗਿਆਨੀ ਬੁੱਝੇ ਤਾਏ, ਤੂੰ ਜੀਂਦੇ ਜੀ ਕਲਯੁਗ ਦੀ ਅਵਸਥਾ ਤੋਂ ਫੇਰ ਵੱਟ ਕੇ ਸਤਯੁਗ ਦੀ ਅਵਸਥਾ ਪ੍ਰਾਪਤ ਕਰ ਸਕਦਾ ਹੈ। ਸਤਯੁਗ ਦੀ ਅਵਸਥਾ ਪ੍ਰਾਪਤ ਕਰਨ ਵਾਸਤੇ ਸੰਤੋਖ ਲੈਣਾ ਪੈਂਦਾ ਹੈ। ਆਸਾ ਕੀ ਵਾਰ ਸਤਯੁਗ ਰਥ ਸੰਤੋਖ ਕਾ, ਧਰਮ ਅਗੈ ਰਥਵਾ। ਪਰ ਜੇ ਤੂੰ ਕਲਯੁਗ ਨਾਲ ਜੀਂਦਾ ਹੈ, ਕਲਯੁਗ ਰਥ ਅਗਨ ਕਾ, ਕੂੜ ਅਗੈ ਰਥਵਾ। ਤੂੰ ਆਪਣੇ ਆਪ ਨੂੰ ਪੁੱਲ ਕਰਵਾ ਰਿਹਾ ਹੈ। ਯੂ ਆਰ ਬੀਇੰਗ ਮੈਨੂਵਰਡ ਬਾਈ ਕੂੜ, ਮੰਦੇ, ਡਿਸੀਟਫੁੱਲ ਮੈਲਾਈਨ ਖਿਆਲਾਂ ਦੇ ਕਾਰਨ, ਤੇ ਤੂੰ ਕਲਯੁਗੀ ਅਵਸਥਾ 'ਚ ਹੈ। ਤੂੰ ਸਤਯੁਗੀ ਅਵਸਥਾ ਮਾਣ ਸਕਦਾ ਹੈ। ਕਾਸ਼ ਤੈਨੂੰ ਜੀਵਤਿਆਂ ਮਰ ਰਹੀਏ ਆਂਦਾ ਹੋਵੇ, ਔਰ ਜੀਵਤਿਆਂ ਮਰ ਰਹੀਏ ਆ ਜਾਏਗਾ। ਤੂੰ ਆਪਣੇ ਆਪ ਨੂੰ ਸਤਿਗੁਰ ਦੀ ਮੱਤ ਲੈ ਕੇ ਰੱਬ ਨਾਲ ਇਕਮਿਕਤਾ ਦੀ ਅਵਸਥਾ ਪ੍ਰਾਪਤ ਕਰ ਸਕਦਾ ਹੈ। ਇਸ ਨੂੰ ਕਹਿੰਦੇ ਨੇ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ। ਜਿਨ੍ਹਾਂ ਨੂੰ ਇਹ ਗੱਲ ਨਹੀਂ ਸਮਝ ਆਉਂਦੀ ਉਹ ਸਮਝਦੇ ਨੇ ਮੈਂ ਜਦੋਂ ਮਰ ਜਾਵਾਂਗਾ ਘਰ ਵਾਲੇ ਮੇਰਾ ਕਾਜ ਸਵਾਰਨਗੇ, ਅਖੰਡ ਪਾਠ ਰਖਾ ਦੇਣਗੇ, ਮੇਰੀ ਕਿਰਿਆ ਕਰਮ ਕਰਾ ਦੇਣਗੇ। ਐਂਡ ਉਹਨੂੰ ਗੁਰਮਤਿ ਕਹਿੰਦੀ ਹੈ ਮੂਏ ਹੋਏ ਜੋ ਮੁਕਤ ਦਿਓਗੇ ਮੁਕਤ ਨਾ ਜਾਣਾ ਕੋਇਲਾ। ਬੇਣੀ ਕਹਿ ਸੁਨੋ ਰੇ ਭਗਤੋ ਮਰਨ ਮੁਕਤ ਕਿਨ ਪਾਈ। ਮਰਨ ਤੋਂ ਬਾਅਦ ਪਤਾ ਨਹੀਂ ਕੀ ਹੋਏਗਾ, ਮਿਲੇਗੀ ਕਿ ਨਹੀਂ ਮਿਲੇਗੀ ਮੁਕਤੀ। ਜੀਂਦੇ ਜੀ ਆਪਣ ਹੱਥੀ ਆਪਣਾ ਆਪ ਹੀ ਕਾਜ ਸਵਾਰੀਏ। ਤੂੰ ਕਾਜ ਸਵਾਰ ਸਕਣਾ ਜੀਂਦੇ ਜੀ। ਸਾਧ ਸੰਗਤ ਜੀ ਸਾਰੀ ਖੇਡ ਬਦਲਦੀ ਜਾਏਗੀ। ਇਸ ਕਰਕੇ ਅਸੀਂ ਕੱਲ੍ਹ ਪ੍ਰੀਫੇਸ ਵਿੱਚ ਸਮਝਿਆ ਸੀ ਰਾਮਕਲੀ ਸੱਧ ਬਾਰੇ। ਸਾਨੂੰ ਉਹਦੀ ਇੱਕ ਇੱਕ ਟਰਮ ਸਮਝਣੀ ਹੈ, ਉਸ ਦਾ ਟਰਮ ਦੇ ਨਾਲ ਪੰਕਤੀ ਅੰਦਰ ਮੈਸੇਜ ਕੀ ਆ ਉਹ ਸਮਝਣਾ ਹੈ। ਫਿਰ ਪੂਰੀ ਰਾਮਕਲੀ ਸੱਧ ਦਾ ਮੈਸੇਜ ਸਮਝ ਆਏਗਾ ਕਿ ਕਿਸ ਅਵਸਥਾ ਦੀ ਗੱਲ ਕੀਤੀ ਜਾ ਰਹੀ ਹੈ। ਤਾਂ ਕੱਲ੍ਹ ਅਸੀਂ ਆਪਣੇ ਟੌਪਿਕ ਨੂੰ ਲੈ ਕੇ ਚੱਲੇ ਸਾਂ ਕਿ ਸਾਨੂੰ ਸਮਝਣਾ ਹੈ ਕਿ ਪਿੰਡ ਪੱਤਲ ਕਿਰਿਆ ਦੀਵਾ ਇਹ ਸਭ ਕੁਛ ਕੀ ਹੁੰਦਾ ਹੈ। ਅਸੀਂ ਸੋਇਲੇ 'ਚ ਵੀ ਰੋਜ਼ ਪੜ੍ਹਿਆ ਸੰਬਤ ਸਾਹ ਲਿਖਿਆ ਮਿਲਕਰ ਪਾਵੋ ਤੇਲ। ਕਿਹੜੇ ਵਾਲਾ ਤੇਲ, ਕਦੋਂ ਪਾਵਾਂ, ਕਿਸ ਤਰ੍ਹਾਂ ਪਾਵਾਂ, ਕਿਹੜਾ ਪਰਿਵਾਰ ਤੇਲ ਪਾਉਂਦਾ ਹੈ। ਸੰਬਤ ਸਾਹ ਲਿਖਿਆ ਮਿਲਕਰ ਪਾਵੋ ਤੇਲ, ਦਿਓ ਸੱਜਣ ਸੀਸਣਿਆ ਜੋ ਹੋਵੇ ਸਾਹਿਬ ਸਿਓ ਮੇਲ। ਸਾਹਿਬ ਨਾਲ ਮੇਲ ਕਿਸ ਤਰ੍ਹਾਂ ਹੁੰਦਾ ਹੈ, ਤੇਲ ਕਿਹੜਾ ਪਾਉਣਾ ਹੈ, ਕਿਸ ਤਰ੍ਹਾਂ ਪਾਉਣਾ ਹੈ, ਇਹਦੇ ਬਾਰੇ ਜੋ ਕੁਛ ਰਾਮਕਲੀ ਸੱਧ ਦੇ ਅੰਦਰ ਟਰਮਸ ਆਈਆਂ ਨੇ ਉਹ ਸਾਰੀ ਰੀਡਲ ਗੁਰੂ ਪਾਤਸ਼ਾਹ ਬਾਣੀ ਅੰਦਰ ਆਪਣੀ ਖੋਲ੍ਹਦੇ ਨੇ। ਜਦੋਂ ਅਸੀਂ ਬਾਣੀ ਨੂੰ ਕ੍ਰੋਸ ਚੈੱਕ ਕਰ ਕਰਕੇ ਨਾਲ ਦੇ ਨਾਲ ਗੁਰੂ ਪਾਤਸ਼ਾਹ ਜੀ ਦੀ ਬਾਣੀ, ਭਗਤਾਂ ਦੀ ਬਾਣੀ ਨੂੰ ਰਲਾ ਰਲਾ ਕੇ ਪੜ੍ਹਾਂਗੇ, ਸਮਝਾਂਗੇ, ਸਾਨੂੰ ਸਾਰੇ ਉੱਤਰ ਮਿਲਦੇ ਜਾਣਗੇ ਬਾਣੀ 'ਚੋਂ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚੋਂ। ਮੈਨੂੰ ਕਿਸੇ ਨੇ ਕਿਹਾ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਇਲਾਵਾ ਹੋਰ ਕੋਈ ਰੈਫਰੈਂਸ ਕਿਉਂ ਨਹੀਂ ਦਿੰਦੇ। ਤਾਂ ਮੈਂ ਆਪਣੀ ਨਾਨੀ ਨੂੰ ਬਚਪਨ ਵਿੱਚ ਪੁੱਛਿਆ ਸੀ ਮੈਨੂੰ ਗੁਰੂ ਗ੍ਰੰਥ ਸਾਹਿਬ ਪੜ੍ਹਨਾ ਸਿਖਾ ਰਹੇ ਹੋ, ਮੈਨੂੰ ਦੱਸੋ ਮੈਂ ਹੋਰ ਕੀ ਕੀ ਪੜ੍ਹਿਆ ਕਰਾਂ। ਸ਼ੀ ਸੈਡ ਜ਼ਿੰਦਗੀ ਭਰ ਤੂੰ ਗੁਰੂ ਗ੍ਰੰਥ ਸਾਹਿਬ ਪੜ੍ਹ, ਜਿਸ ਦਿਨ ਗੁਰੂ ਗ੍ਰੰਥ ਸਾਹਿਬ ਪੜ੍ਹ ਲੇਂਗਾ ਫਿਰ ਕੁਛ ਹੋਰ ਪੜ੍ਹੀ। ਅਸੀਂ ਤਾਂ ਉਹਨੇ ਗੁਰੂ ਗ੍ਰੰਥ ਸਾਹਿਬ ਪੜ੍ਹ ਰਹੇ ਹਾਂ ਅਤੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਨੂੰ ਔਰ ਟਰਮਸ ਨੂੰ ਅਕੋਰਡਿੰਗ ਟੂ ਗੁਰੂ ਗ੍ਰੰਥ ਸਾਹਿਬ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਸਮਝਣ ਦਾ ਯਤਨ ਕਰ ਰਹੇ ਹਾਂ। ਸੋ ਅਸੀਂ ਕੱਲ੍ਹ ਆਪਣੇ ਟੌਪਿਕ ਨੂੰ ਰੀਕੈਪ ਕਰਕੇ ਇੱਥੇ ਸ਼ੁਰੂ ਕਰਦੇ ਹਾਂ ਕੱਲ੍ਹ ਤੋਂ ਅੱਗੇ ਕਿ ਤੇਲ ਕਿਹੜਾ ਕਿਸ ਤਰ੍ਹਾਂ ਪਾਉਣਾ ਹੈ। ਆਓ ਅਸੀਂ ਰਲ ਕੇ ਰਾਮਕਲੀ ਸੱਧ ਦੇ 5ਵੇਂ ਪਦੇ ਨੂੰ ਹੀ ਰੋਜ਼-ਰੋਜ਼ ਵਿੱਚ ਗਾਇਕੀ ਕਰਕੇ ਅੱਗੇ ਚੱਲਾਂਗੇ। ਪਰ ਅਸੀਂ ਕੱਲ੍ਹ ਜਿੱਥੇ ਪੌਜ਼ ਕੀਤਾ ਸੀ ਉਹ ਅਸੀਂ ਸ਼ਬਦ ਪੜ੍ਹ ਰਹੇ ਹਾਂ।
ਦੀਵਾ ਮੇਰਾ ਇੱਕ ਨਾਮ, ਸਾਰੇ ਰਲ ਕੇ ਮੇਰੇ ਨਾਲ ਗਾਇਨ ਕਰੋ। ਉਸ ਤੋਂ ਬਾਅਦ ਲਿਮਿਟਿਡ ਸਮੇਂ ਅੰਦਰ ਅਸੀਂ ਆਪਣੇ ਟੌਪਿਕ ਨੂੰ ਅੱਗੇ ਵਧਾਵਾਂਗੇ। ਦੀਵਾ ਮੇਰਾ ਇੱਕ ਨਾਮ, ਦੀਵਾ ਮੇਰਾ ਇੱਕ ਦੀਵਾ ਮੇਰਾ ਇੱਕ ਨਾਮ, ਦੀਵਾ ਮੇਰਾ ਦੁੱਖ ਵਿੱਚ ਪਾਇਆ ਤੇ ਦੁੱਖ ਵਿੱਚ ਪਾਇਆ ਤੇਲ, ਦੀਵਾ ਮੇਰਾ ਇੱਕ ਨਾਮ, ਦੀਵਾ ਮੇਰਾ ਚਾਨਣ ਓ ਸੋਖਿਆ ਚੂਕਾ ਜਮ ਸਿਉ ਮੇਲ, ਚੂਕਾ ਜਮ ਸਿਉ ਮੇਲ, ਦੀਵਾ ਮੇਰਾ ਇੱਕ ਨਾਮ, ਦੀਵਾ ਮੇਰਾ ਇੱਕ ਨਾਮ, ਦੁੱਖ ਵਿੱਚ ਪਾਇਆ ਤੇਲ, ਦੁੱਖ ਵਿੱਚ ਪਾਇਆ ਤੇਲ, ਦੀਵਾ ਮੇਰਾ ਇੱਕ ਨਾਮ, ਦੀਵਾ ਮੇਰਾ लोका मत को फक्कड़ पाए, लख मणिया कर एक ठे, एक रती ले पाए, लख मणिया करे इकट्ठे, एक रतीले पाए, एक रतीले पाए, दीवा मेरा दीवा मेरा दुख विच पाया तेल, दुख विच पाया तेल, दीवा मेरा एक नाम, दीवा मेरा पिंड पतल मेरी के सो किरिया सच नाम करता, एथे ओथे आगे पाछे
आधार, ए मेरा आधार। दीवा मेरा एक नाम, दीवा मेरा एक नाम। दुख विच पाया तेल, दुख विच पाया तेल। दीवा मेरा एक नाम, दीवा मेरा एक नाम। गंग बनारस सिफ्त तुम्हारी, नावे आत्म रावो। गंग बनारस सिफ्त तुम्हारी, नावे आत्म। सच्चा नावण ताथिए, सच्चा नावण ताथिए। जाए निस लागे पाओ, जाए निस लागे पाओ। दीवा मेरा एक नाम, दीवा मेरा एक नाम। दुख विच पाया तेल, दुख विच पाया तेल। दीवा मेरा एक नाम, दीवा मेरा एक नाम। एक लोकी होर छम छरी, बामण वट पिंड खाए। एक लोकी होर छम छरी, बामण नानक पिंड बख्शीश का, कबहू निखुटस नाए, कबहू निखुटस नाए। दीवा मेरा दीवा मेरा एक नाम। दुख विच पाया तेल, दुख विच पाया तेल। उन चानण ओ सोख्या, चूका जम स्यों मेल। लोका मत को पकड़ पाए, लख मणिया
करे ठेक रतीले पाए, एक रतीले पाए, दीवा मेरा एक नाम, दीवा मेरा एक नाम, दीवा मेरा एक नाम। दुख विच पाया ते, ਪਿਆਰੀ ਸਾਧ ਸੰਗਤ ਜੀ, ਅਸੀਂ ਕੱਲ੍ਹ ਜਦੋਂ ਰਾਮਕਲੀ ਸਾਹਿਬ ਦੇ ਟੌਪਿਕ ਨੂੰ ਸ਼ੁਰੂ ਕੀਤਾ, ਇਹਦੀਆਂ ਕੁਝ ਬਹੁਤ ਸਿਮਿਲਰ ਟਰਮਸ ਇਸ ਸ਼ਬਦ ਵਿੱਚ ਵੀ ਆਈਆਂ। ਉਹਦੇ ਵਿੱਚ ਅਸੀਂ ਪੜ੍ਹਿਆ ਪਿੰਡ ਪੱਤਲ ਦੀਵਾ ਕਿਰਿਆ ਫੁੱਲ ਹਰ ਸਰ ਬਾਵੇ। ਇਹਦੇ ਵਿੱਚ ਅਸੀਂ ਪੜ੍ਹਿਆ ਪਿੰਡ ਪੱਤਲ ਮੇਰੀ ਕੇਸ਼ੋ ਕਿਰਿਆ ਸੱਚ ਨਾਮ ਕਰਤਾਰ। ਔਰ ਮਰਨ ਤੋਂ ਬਾਅਦ ਇਹੀ ਉਹ ਚੀਜ਼ਾਂ ਨੇ ਜਿਹੜੀਆਂ ਲੋਕੀ ਕਿਰਿਆ ਕਰਮ ਕਰਨ ਵੇਲੇ ਕਰਦੇ ਹਨ। ਪਿੰਡ ਭਰਾਉਂਦੇ ਹਨ, ਪਤਲਾਂ 'ਤੇ ਰਖਾਉਂਦੇ ਹਨ, ਦੀਵੇ ਮੜਸਦੇ ਹਨ, ਜਲ ਪ੍ਰਵਾਹ ਕਰਦੇ ਹਨ, ਸੋਚਦੇ ਹਨ ਇਸ ਤਰ੍ਹਾਂ ਮਨੁੱਖ ਦੀ ਗਤੀ ਹੋਏਗੀ। ਪਰ ਗੁਰੂ ਸਾਹਿਬ ਮੈਨੂੰ ਜੀਂਦੇ ਜੀ ਕੁਝ ਹੋਰ ਸਿਖਾ ਰਹੇ ਨੇ। ਇਸ ਕਰਕੇ ਇਹ ਸ਼ਬਦ ਸਾਨੂੰ ਬੜਾ ਸਪੋਰਟਿਵ ਹੋਏਗਾ ਸਮਝਣ ਵਾਸਤੇ। ਅਸੀਂ ਨਾਲ ਨਾਲ ਇਸ ਸ਼ਬਦ ਨੂੰ ਸਮਝਾਂਗੇ। ਸੋ ਕੱਲ੍ਹ ਅਸੀਂ ਆਪਣੀ ਲੜੀ ਨੂੰ ਜੋੜਨ ਵਾਸਤੇ ਅਸੀਂ ਇਹ ਸੋਚ ਰਹੇ ਹਾਂ ਕਿ ਤੇਲ ਕਿਹੜਾ ਪਾਇਆ, ਕਿਸ ਤਰ੍ਹਾਂ ਪਾਇਆ। ਇਸ ਕਰਕੇ ਅੱਜ ਅਸੀਂ ਗਾਇਕੀ ਵਿੱਚ ਜਦੋਂ ਪੜ੍ਹਦੇ ਸੀ ਦੀਵਾ ਮੇਰਾ ਏਕ ਨਾਮ, ਤਾਂ ਅਸੀਂ ਇਕੱਠਾ ਨਹੀਂ ਸੀ ਪੜ੍ਹਦੇ। ਦੁੱਖ ਵਿੱਚ ਪਾਇਆ ਤੇਲ, ਦੁੱਖ ਵਿੱਚ ਪਾਇਆ ਤੇਲ ਦਰਅਸਲ ਇਸ ਤਰ੍ਹਾਂ ਹੈ ਨਹੀਂ ਹੈ। ਦੁੱਖ ਵਿੱਚ ਪਾਇਆ ਤੇਲ, ਇਹ ਦੁੱਖ ਔਰ ਵਿੱਚ ਆਪਸ ਵਿੱਚ ਨਿਖੇੜ ਕੇ ਪੜ੍ਹਨਾ ਹੈ। ਦੀਵੇ ਦੇ ਵਿੱਚ ਕੀ ਮੈਂ ਪਾਇਆ? ਦੁੱਖ, ਦੁੱਖ ਰੂਪੀ ਤੇਲ ਪਾਇਆ। ਸਾਡੇ 'ਚ ਉੱਤੇ ਕੋਈ ਵੀ ਦੁਖੀ ਨਹੀਂ ਹੋਣਾ ਚਾਹੁੰਦਾ। ਕਿਸੇ ਨੂੰ ਵੀ ਕੁਝ ਥੋੜ੍ਹਾ ਜਿਹਾ ਵੀ ਦੁੱਖ ਆਵੇ ਨਾ, ਤਾਂ ਸਾਨੂੰ ਕਈ ਪੜ੍ਹਾ ਜਾਂਦੇ ਨੇ, ਫਲਾਣਾ ਸ਼ਬਦ ਪੜ੍ਹੋ ਤੁਹਾਡਾ ਦੁੱਖ ਦੂਰ ਹੋ ਜਾਏਗਾ, ਫਲਾਣਾ ਸ਼ਬਦ ਪੜ੍ਹੋ ਰੋਗ ਦੂਰ ਹੋ ਜਾਏਗਾ, ਫਲਾਣਾ ਸ਼ਬਦ ਪੜ੍ਹੋ ਦੁੱਖ ਘਰ ਨਹੀਂ ਆਏਗਾ, ਇਸ ਤਰੀਕੇ ਦੇ ਨਾਲ। ਪਰ ਉਹ ਕੀ ਸਮਝ ਰਹੇ ਹੁੰਦੇ ਨੇ? ਦੁਨਿਆਵੀ ਸਫਰਿੰਗਸ ਨੂੰ, ਦੁਨਿਆਵੀ ਕਿਸੇ ਘਾਟ ਨੂੰ ਉਹ ਦੁੱਖ ਕਾਊਂਟ ਕਰ ਰਹੇ ਹੁੰਦੇ ਨੇ। ਗੁਰਮਤਿ ਕਹਿੰਦੀ ਹੈ ਦੁੱਖ ਦਾਰੂ ਸੁਖ ਰੋਗ ਪਿਆ। ਅਸੀਂ ਜਦੋਂ ਜਪਜੀ ਸਾਹਿਬ ਪੜ੍ਹਿਆ ਸੀ, ਤੁਹਾਡੇ ਸਭ ਅੱਗੇ ਬੜੀ ਮੈਂ ਨਮਰਤਾ ਨਾਲ ਬੇਨਤੀ ਕਰਦਾ ਕਿ ਜਦੋਂ ਅਸੀਂ ਜਪਜੀ ਸਾਹਿਬ ਕੀਤਾ, ਸੋਹਿਲਾ ਲੜੀਵਾਰ ਕੀਤਾ, ਤਾਂ ਜਿਹੜੇ ਸੱਜਣ ਲਗਾਤਾਰ ਸਭ ਜਗ੍ਹਾ ਆਉਂਦੇ ਸਨ ਉਹਨਾਂ ਨੂੰ ਪੂਰੀ ਲੜੀ ਵਿੱਚ ਸਮਝ ਆਇਆ। ਇਸ ਤਰ੍ਹਾਂ ਜਪਜੀ ਸਾਹਿਬ ਜਦੋਂ ਅਸੀਂ ਕਰਦੇ ਸਾਂ ਤਾਂ ਅਸੀਂ ਜਪਜੀ ਸਾਹਿਬ ਵਿੱਚ ਸਮਝਿਆ ਕਿ ਮਨ ਦੀ ਇਹ ਮੰਗ ਹੈ ਕਿ ਮੈਂ ਕੁੜਿਆਰ ਤੋਂ ਸਚਿਆਰ ਹੋਣਾ ਚਾਹੁੰਦਾ। ਇਹ ਪਹਿਲੀ ਪੌੜੀ ਦੀ ਆਖਰੀ ਪੰਕਤੀ ਵਿੱਚ ਸਵਾਲ ਰੱਖਿਆ ਗਿਆ, ਮੈਂ ਕੁੜਿਆਰ ਤੋਂ ਸਚਿਆਰ ਕਿਵੇਂ ਹੋਣਾ ਹੈ। ਪਰ ਜਦੋਂ ਅਸੀਂ ਲੜੀਵਾਰ ਪਹਿਲੀ ਪੌੜੀ ਨੂੰ ਦੂਜੀ ਪੌੜੀ ਦੇ ਨਾਲ ਇੰਟਰਲਿੰਕ ਕਰ ਕਰਕੇ ਸਮਝਦੇ ਗਏ, 38 ਪੌੜੀ ਤੱਕ ਪਹੁੰਚੇ, ਤਾਂ ਕੁੜਿਆਰ ਤੋਂ ਸਚਿਆਰ ਬਣਨ ਦੀ ਪੂਰੀ ਜਰਨੀ ਗੁਰੂ ਸਾਹਿਬ ਨੇ ਕਰਾਈ। ਇਹਦਾ ਮਤਲਬ ਸਾਰੀਆਂ ਪੌੜੀਆਂ ਆਪਸ ਵਿੱਚ ਇੰਟਰਲਿੰਕਡ ਨੇ। ਇੰਜ ਨਹੀਂ ਹੱਥੀ ਤਵਾਰ ਨਾਲ ਜੋਗੀ ਜਾਣਾ ਰੁਤਮਾਨਾ ਕੋਈ, ਉਹ ਪੌੜੀਆਂ ਕਿਸੇ ਹੋਰ ਨਾਲ ਗੱਲ ਕੀਤੀ, ਮੁੰਦਾ ਸੰਤੋਖ ਸ਼ਰਮ ਪਚੋਲੀ ਕਿਸੇ ਹੋਰ ਸਿੱਧਾ ਜੋਗੀਆਂ ਨਾਲ ਗੱਲ ਕੀਤੀ, ਇਸ ਤਰ੍ਹਾਂ ਨਹੀਂ। ਉਹ ਲੜੀਵਾਰ ਹੈ ਸਾਰੀ। ਤਾਂ ਅਸੀਂ ਉਹਦੇ ਵਿੱਚ ਕੇਤਿਆਂ ਦੁੱਖ ਭੂਖ ਸਦ ਮਾਰ ਨੂੰ ਵੀ ਸਮਝਿਆ, ਲੜੀਵਾਰ ਸਮਝਿਆ, ਤਾਂ ਪਤਾ ਲੱਗਾ ਕੁੜਿਆਰ ਤੋਂ ਸਚਿਆਰ ਬਣਨ ਵਾਲੇ ਮਨ ਨੂੰ ਇਹ ਗੱਲ ਸਮਝ ਆ ਰਹੀ ਹੈ ਕਿ ਰੱਬ ਜੀ ਦੁੱਖ ਨਹੀਂ ਦਿੰਦੇ ਨੇ। ਸਾਨੂੰ ਆਮ ਤੌਰ 'ਤੇ ਹੀ ਪੜ੍ਹਾਇਆ ਜਾਂਦਾ ਹੈ, ਇਹੀ ਕਿਹਾ ਜਾਂਦਾ ਹੈ, ਉਹ ਜੀ ਹੈ ਰੱਬ ਸਾਨੂੰ ਦੁੱਖ ਦਿੰਦਾ ਹੈ, ਰੱਬ ਸਾਨੂੰ ਸੁੱਖ ਦਿੰਦਾ ਹੈ। ਰੱਬ ਜੀ ਸਾਨੂੰ ਦੁੱਖ ਦਿੰਦੇ ਹੀ ਨਹੀਂ ਨੇ। ਅਤੇ ਨਾ ਇਹ ਦੁਨਿਆਵੀ ਫੈਸਿਲਿਟੀਜ਼ ਜਿਹੜੀਆਂ ਨੇ ਜਿਨ੍ਹਾਂ ਦਾ ਨਾਂ ਅਸੀਂ ਲਗਜ਼ਰੀ ਰੱਖਿਆ ਹੋਇਆ ਆਪਣੇ ਸਰੀਰਕ ਸੁੱਖਾਂ ਵਾਸਤੇ, ਜਿਸ ਦਾ ਨਾਂ ਅਸੀਂ ਰੱਖਿਆ ਹੋਇਆ, ਨਾ ਰੱਬ ਜੀ ਉਹ ਦਿੰਦੇ ਨੇ।
ਜੇ ਗੁਰਦੁਆਰਿਆਂ ਵਿੱਚੋਂ ਜਾ ਕੇ ਫਰਾਰੀ ਕਾਰ ਮਿਲਦੀ ਹੋਵੇ ਤਾਂ ਆਸਤਾ ਆਸਤਾ ਫਿਰ ਗੁਰਦੁਆਰਿਆਂ 'ਚ ਅਰਦਾਸ ਹੋਣੀ ਸ਼ੁਰੂ ਹੋਏਗੀ ਕਿ ਟ੍ਰੈਫਿਕ ਜੈਮ ਹੈ, ਹੁਣ ਮੈਨੂੰ ਹੈਲੀਕਾਪਟਰ ਲੈ ਦਿਓ। ਇਸ ਤਰੀਕੇ ਦੇ ਨਾਲ ਇਹ ਚੀਜ਼ਾਂ ਗੁਰਦੁਆਰੇ ਨਹੀਂ ਮਿਲਦੀਆਂ ਨੇ। ਗੁਰਦੁਆਰੇ ਸੁਮਤ ਮਿਲਦੀ ਹੈ, ਸੰਤੋਖ ਦੀ ਸੁਮਤ ਮਿਲਦੀ ਹੈ, ਉਹ ਕਿਸੇ ਸਟੋਰ ਤੋਂ ਨਹੀਂ ਮਿਲਦੀ, ਕਿਸੇ ਬਾਜ਼ਾਰ 'ਚੋਂ ਨਹੀਂ ਮਿਲਦੀ। ਇਹ ਭੋਜਨ ਅਲੱਭ ਹੈ ਸੰਤੋ ਲੱਭੈ ਗੁਰ ਵਿਚਾਰ। ਅਤੇ ਸਤਿਗੁਰ ਪਾਤਸ਼ਾਹ ਜਦੋਂ ਇਹ ਨਹੀਂ ਦਿੰਦੇ ਤਾਂ ਫਿਰ ਇਹ ਇਸ ਦੇ ਅਰਥ ਬਣਦੇ ਕੀ ਹੋਣਗੇ? ਤਾਂ ਅਸੀਂ ਜਿਹੜਾ ਲੜੀਵਾਰ ਵਿਚਾਰ ਹੈ ਜੋ ਸਾਨੂੰ ਸਮਝ ਆਇਆ ਕਿ ਮੈਨੂੰ ਦੁਨਿਆਵੀ ਤੌਰ 'ਤੇ ਜਿਹੜੀ ਗੱਲ ਕੀਤੀ ਜਾਂਦੀ ਉਹ ਇਹ ਕਿਹਾ ਜਾਂਦਾ ਹੈ ਰੱਬ ਜੀ ਜਿਤਨੇ ਦੁੱਖ ਦਿੰਦੇ ਨੇ ਸੁੱਖ ਦਿੰਦੇ ਨੇ ਰੱਬ ਜੀ ਦੀ ਦਾਤ ਹੈ। ਕੇਤਿਆਂ ਦੂਖ ਭੁਕਸਤ ਮਾਰੇ ਵੀ ਦਾਤਰੀ ਦਾਤਾਰ। ਔਰ ਅਸੀਂ ਵੀ ਬਚਪਨ ਤੋਂ ਜਪਜੀ ਸਾਹਿਬ ਪੜ੍ਹਦੇ ਆ ਰਹੇ, ਅਸੀਂ ਵੀ ਇਹੀ ਸਮਝਦੇ ਸਾਂ। ਪਰ ਜਦੋਂ ਵਿਚਾਰ ਕੇ ਦੇਖਿਆ ਤਾਂ ਅਸੀਂ ਇੱਕ ਐਗਜ਼ਾਮਪਲ ਸਾਂਝ ਕੀਤੀ ਕਿ ਇੱਕ ਬਹੁਤ ਗਰੀਬ ਇਸਤਰੀ ਹੋਵੇ, ਉਹ ਵੀ ਵਿਚਾਰੀ ਵਿਧਵਾ ਹੋਵੇ, ਉਹਦੀ ਗੋਦੀ 'ਚ ਉਹਦਾ ਛੋਟਾ ਜਿਹਾ ਬੱਚਾ ਪਿਆ ਹੈ ਔਰ ਬੱਚਾ ਉਹਦਾ ਬਿਮਾਰ ਹੈ, ਉਹਦੇ ਤਨ ਉੱਤੇ ਕੱਪੜਾ ਪਾਉਣ ਜੋਗਾ ਨਹੀਂ ਹੈ। ਉਸ ਵਿਧਵਾ ਮਾਂ ਨੂੰ ਆਪਣੇ ਖਾਣ ਜੋਗੇ ਵਾਸਤੇ ਵੀ ਭੋਜਨ ਨਹੀਂ ਹੈ, ਉਹ ਆਪਣੇ ਬੱਚੇ ਨੂੰ ਵੀ ਕੁਝ ਖਵਾ ਨਹੀਂ ਪਾ ਰਹੀ ਹੈ ਔਰ ਉਹਦਾ ਬੱਚਾ ਬਿਮਾਰ ਹੈ। ਉਹ ਵਿਚਾਰੀ ਲਾਚਾਰ ਹੈ, ਦਵਾਈ ਵੀ ਨਹੀਂ ਲੈ ਸਕਦੀ, ਭੋਜਨ ਵੀ ਨਹੀਂ ਲੈ ਸਕਦੀ ਔਰ ਬੱਚੇ ਦਾ ਤਨ ਵੀ ਨਹੀਂ ਕੱਢ ਸਕਦੀ। ਉਹ ਦੁਖੀ ਹੈ, ਸਾਡੀ ਨਜ਼ਰ ਵਿੱਚ ਉਹ ਦੁਖੀ ਹੈ। ਔਰ ਅਸੀਂ ਉਹਨੂੰ ਜਾ ਕੇ ਕਹੀਏ ਇਹ ਜੋ ਤੁਮ ਦੁਖੀ ਹੋ ਨਾ, ਇਹ ਭਗਵਾਨ ਜੀ ਕੀ ਦਾਤ ਹੈ। ਉਹ ਐਕਸੈਪਟ ਕਰ ਲੇਗੀ। ਕੀ ਅਸੀਂ ਉਸ ਦੀ ਜਗ੍ਹਾ ਹੋਈ ਅਸੀਂ ਐਕਸੈਪਟ ਕਰ ਲਵਾਂਗੇ ਕਿ ਰੱਬ ਜੀ ਤੁਹਾਡੀ ਦਾਤ ਹੈ, ਤੁਸੀਂ ਮੈਨੂੰ ਦੁਖੀ ਕੀਤਾ ਹੈ? ਜਦੋਂ ਅਸੀਂ ਪ੍ਰੈਕਟੀਕਲੀ ਆਪਣੇ ਜੀਵਨ ਵਿੱਚ ਉਹ ਗੱਲਾਂ ਐਕਸੈਪਟ ਨਹੀਂ ਕਰ ਸਕਦੇ ਤਾਂ ਅਸੀਂ ਉਹ ਵਾਲੇ ਅਰਥਾਂ ਨੂੰ ਕਿਸ ਤਰ੍ਹਾਂ ਸਮਝਦੇ ਰਹਿੰਦੇ ਹਾਂ? ਗੁਰਬਾਣੀ ਪੜ੍ਹ ਕੇ ਪਤਾ ਲੱਗੇਗਾ ਦੁੱਖ ਘਣੋ ਜਬ ਹੋਤੇ ਦੂਰ। ਗੁਰਬਾਣੀ ਕਹਿੰਦੀ ਹੈ ਰੱਬ ਜੀ ਜਦੋਂ ਮੈਂ ਤੁਹਾਨੂੰ ਦੂਰ ਸਮਝਦਾ ਹਾਂ ਨਾ, ਵਿਛੜਿਆ ਹੋਇਆ ਸਮਝਦਾ ਨਾ, ਇਹ ਸਾਰੀ ਮੇਰੀ ਦੁੱਖ ਦੀ ਜੜ ਹੈ। ਇਹਨੂੰ ਦੁੱਖ ਕਹਿੰਦੇ ਨੇ। ਦੁਨਿਆਵੀ ਸਫਰਿੰਗਸ ਨੂੰ ਜਾਂ ਦੁਨਿਆਵੀ ਬਿਮਾਰੀ ਨੂੰ, ਦੁਨਿਆਵੀ ਲਗਜ਼ਰੀ ਦੀ ਘਾਟ ਨੂੰ ਦੁੱਖ ਨਹੀਂ ਕਹਿੰਦੇ ਨੇ। ਪਰ ਇਹ ਮਹਿਸੂਸ ਹੋਣਾ, ਸਾਧ ਸੰਗਤ ਜੀ ਸਾਨੂੰ ਤੇ ਮਹਿਸੂਸ ਨਹੀਂ ਹੁੰਦਾ ਕਿ ਮੈਂ ਰੱਬ ਜੀ ਤੋਂ ਵਿਛੜਿਆ ਹੋਇਆ। ਇਹ ਮਹਿਸੂਸ ਕਰਨਾ ਕਿ ਮੈਂ ਤੁਹਾਡੇ ਤੋਂ ਵਿਛੜਿਆ ਹੋਇਆ ਹਾਂ, ਜਦੋਂ ਇਹ ਮਹਿਸੂਸ ਕਰਾਂਗੇ ਨਾ ਤਾਂ ਕਵਾਂਗੇ ਨਾ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਤਾਂ ਰਿਕੁਐਸਟ ਕਰਾਂਗੇ ਨਾ ਆਈ ਵਾਂਟ ਟੂ ਮੀਟ ਯੂ, ਮੈਨੂੰ ਤੁਹਾਡੀ ਮਿਲਣ ਦੀ ਅਵਸਥਾ ਚਾਹੀਦੀ ਹੈ। ਵਰਨਾ ਤੇ ਅਸੀਂ ਡੇ ਟੂ ਡੇ ਆਪਣੇ ਰੂਟੀਨ ਵਿੱਚ ਮਸਤ ਹਾਂ, ਸਾਨੂੰ ਇਹ ਫੀਲਿੰਗ ਹੀ ਨਹੀਂ ਆਉਂਦੀ। ਸਾਧ ਸੰਗਤ ਜੀ ਆਪਣੇ ਜਿਹੜੀ ਸਾਡੀ ਡੇਲੀ ਦੀ ਰੱਟ ਲੱਗੀ ਹੋਈ ਨਾ, ਰੂਟੀਨ ਜਿਹੜੀ ਬਣੀ ਹੋਈ ਹੈ, ਖਾਣਾ ਪੀਣਾ ਹੱਸਣਾ ਸੋਣਾ, ਵਿਸਰ ਗਿਆ ਹੈ ਮਰਨਾ, ਇਸ ਰੂਟੀਨ ਵਿੱਚ ਸਾਨੂੰ ਫੀਲਿੰਗ ਹੀ ਨਹੀਂ ਆਉਂਦੀ ਕਿ ਮੈਂ ਰੱਬ ਜੀ ਤੋਂ ਵਿਛੜਿਆ ਹੋਇਆ। ਐਂਡ ਦੈਟ ਇਜ਼ ਦਾ ਕਾਜ਼, ਦੈਟ ਇਜ਼ ਦਾ ਰੂਟ ਕਾਜ਼ ਕਿ ਅਸੀਂ ਡਿਸਟਰਬਡ ਰਹਿੰਦੇ ਹਾਂ, ਅਪਸੈਟ ਰਹਿੰਦੇ ਹਾਂ। ਇਹ ਫੀਲਿੰਗ ਆਉਣਾ ਕਿ ਮੈਂ ਤੁਹਾਡੇ ਤੋਂ ਵਿਛੜਿਆ ਹੋਇਆ ਹਾਂ, ਇਹ ਰੱਬ ਜੀ ਦੀ ਦਾਤ ਹੈ। ਕਿਤੇ ਦੁੱਖ ਭੂਖ, ਭੂਖ ਡਜ਼ ਨੋਟ ਮੀਨ ਕਿ ਮੈਨੂੰ ਰੋਟੀ ਨਹੀਂ ਮਿਲੀ ਤਾਂ ਮੈਂ ਭੁੱਖਾ ਹਾਂ। ਸਾਚੇ ਨਾਮ ਕੀ ਲਾਗੈ ਭੂਖ, ਸੱਚ ਦੀ ਭੁੱਖ ਲੱਗ ਜਾਣਾ ਔਰ ਮਹਿਸੂਸ ਕਰਨਾ ਕਿ ਮੈਂ ਤੁਹਾਡੇ ਤੋਂ ਵਿਛੜਿਆ। ਵਿਛੜਨ ਦੀ ਜਦੋਂ ਖਿਆਲ ਹੀ ਆਏਗਾ ਨਾ ਤਾਂ ਫਿਰ ਮਿਲਣ ਦੀ ਤੜਪ ਹੋਏਗੀ। ਜਿਹੜੀ ਤੜਪ ਹੋਏਗੀ ਮਿਲਣ ਦੀ, ਉਹਦੇ ਵਾਸਤੇ ਮੈਂ ਮਾਰਗ ਪੁੱਛਾਂਗਾ। ਉਹਨੂੰ ਕਹਿੰਦੇ ਨੇ ਸਾਚੇ ਨਾਮ ਕੀ ਲਾਗੈ ਭੂਖ, ਕੇਤਿਆਂ ਦੁੱਖ ਭੂਖ ਸਦ ਮਾਰ। ਇਹ ਜਿਹੜਾ ਤੁਹਾਡਾ ਸੱਦਾ ਹੈ ਨਾ, ਸੁਣਿਆ ਹੈ ਨਾ, ਇਹ ਵੀ ਦਾਤਰੀ ਦਾਤਾਰ ਰੱਬ ਜੀ, ਇਹ ਤੁਹਾਡੀ ਦਾਤ ਹੈ। ਅਤੇ ਕਾਮਨ ਮੈਨ ਨੂੰ ਪੁੱਛ ਲਓ, ਤੁਸੀਂ ਆਪਣੇ ਬੱਚੇ ਨੂੰ ਦੁੱਖ ਦੇਣਾ ਚਾਹੁੰਦੇ ਹੋ? ਜੇ ਤੁਸੀਂ ਆਪਣੇ ਬੱਚੇ ਨੂੰ ਦੁੱਖ ਨਹੀਂ ਦੇਣਾ ਚਾਹੁੰਦੇ, ਤੁਹਾਡਾ ਬੱਚੇ ਨਾਲ ਪਿਆਰ ਹੈ, ਤੁਸੀਂ ਕਦੇ ਨਹੀਂ ਚਾਹੋਗੇ ਮੇਰਾ ਬੱਚਾ ਸਕੂਲ ਜਾ ਰਿਹਾ ਰਸਤੇ 'ਚ ਕੰਡੇ ਚੁੱਭਣੇ ਨੂੰ। ਤੁਸੀਂ ਤਾਂ ਉਹਨੂੰ ਚੱਪਲ ਔਰ ਬੂਟ ਲੈ ਕੇ ਦਿੰਦੇ ਹੋ। ਤੁਸੀਂ ਨਹੀਂ ਚਾਹੁੰਦੇ ਹੋ ਰਸਤੇ 'ਚ ਇਹਨੂੰ ਕੋਈ ਤੰਗ ਕਰੇ। ਜੇ ਦੁਨਿਆਵੀ ਕਾਮਨ ਮੈਨ ਨਹੀਂ ਕਰਦਾ ਤੇ ਅਸੀਂ ਕਹਿੰਦੇ ਹਾਂ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ। ਤੇ ਉਹ ਰੱਬ ਜੀ ਕਿਉਂ ਦੁੱਖ ਦੇਣਗੇ ਸਾਨੂੰ? ਅਜੀਬ ਕਿਸਮ ਦਾ ਪ੍ਰਚਾਰ ਹੋ ਗਿਆ ਕਿ ਰੱਬ ਜੀ ਦੁੱਖ ਦਿੰਦੇ ਨੇ। ਨਹੀਂ, ਰੱਬ ਮੇਰੇ ਮਨ ਦੀ ਅਵਸਥਾ, ਜੇ ਮੈਨੂੰ ਇਹ ਫੀਲਿੰਗ ਆਵੇ ਕਿ ਮੈਂ ਰੱਬ ਜੀ ਤੁਹਾਡੇ ਤੋਂ ਵਿਛੜਿਆ ਹੋਇਆ, ਕੇਤਿਆਂ ਦੁੱਖ
ਭੂਖ ਸਦ ਮਾਰ, ਇਹ ਵੀ ਦਾਤਰੀ ਦਾ ਤਾਰੇ। ਰੱਬ ਜੀ ਦੀ ਦਾਤ ਹੈ। ਰੱਬ ਜੀ ਸੁਮਤ ਬਖਸ਼ਦੇ ਨੇ ਆਪਣੀ ਦਾਤ ਵਿੱਚ ਕਿ ਤੈਨੂੰ ਫੀਲਿੰਗ ਆਵੇ ਕਿ ਮੈਂ ਵਿਛੜਿਆ ਹਾਂ, ਆਪਣੀ ਇਸ ਕਲ ਦੀ ਅਵਸਥਾ ਤੋਂ ਮੈਂ ਛੁੱਟਣਾ ਚਾਹੁੰਦਾ ਹਾਂ। ਦੁੱਖ, ਇਹ ਫੀਲਿੰਗ ਦਾ ਤੇਲ, ਇਹ ਕਹਿੰਦਾ ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ, ਇਹ ਫੀਲਿੰਗ ਦਾ ਤੇਲ ਤੂੰ ਪਾ। ਗੁਰੂ ਸਾਹਿਬ ਕਹਿੰਦੇ ਨੇ ਮੈਂ ਆਪਣਾ ਦੀਵਾ ਬਾਲਿਆ ਹੋਇਆ। ਕਿਹੜੇ ਵਾਲਾ ਦੀਵਾ? ਚਾਨਣ ਦਾ। ਉਹ ਦੀਵਾ ਬਲਦਾ ਕਿਸ ਤਰ੍ਹਾਂ ਹੈ? ਤੇਲ ਦੇ ਨਾਲ। ਮੈਂ ਤੇਲ ਪਾਇਆ ਵਿਛੋੜੇ ਦੀ ਫੀਲਿੰਗ ਦਾ। ਦੁੱਖ ਵਿੱਚ ਪਾਇਆ ਤੇਲ, ਵਿਛੋੜੀ ਦੀ ਫੀਲਿੰਗ ਦਾ ਮੈਂ ਤੇਲ ਪਾਇਆ ਹੋਇਆ। ਹੁਣ ਚਾਨਣ ਉਹ ਸੋਖਿਆ। ਜੋ ਮੈਨੂੰ ਸੱਚ ਦੇ ਗਿਆਨ ਦਾ ਚਾਨਣ ਹੁੰਦਾ ਜਾਂਦਾ ਹੈ, ਮੇਰੇ ਮਾਰਗ 'ਤੇ ਟੁਰਨ ਦੀ ਸੋਝੀ ਆਉਂਦੀ ਜਾਂਦੀ ਹੈ, ਦੈਟ ਹਾਊ ਸ਼ੁੱਡ ਆਈ ਬਿਹੇਵ, ਤਾਂ ਇਹ ਵਿਛੋੜਾ ਖਤਮ ਹੁੰਦਾ ਜਾਂਦਾ ਹੈ। ਉਹ ਸੋਖਿਆ, ਤੇਲ ਮੁੱਕਦਾ ਜਾਂਦਾ ਹੈ, ਦੁੱਖ ਘਟਦਾ ਜਾਂਦਾ ਹੈ, ਮਿਲਣ ਦੀ ਅਵਸਥਾ ਨੇੜੇ ਆਂਦੀ ਜਾਂਦੀ ਹੈ। ਉਹਨੂੰ ਅਸੀਂ ਪੜ੍ਹਦੇ ਹੁੰਦੇ ਹਾਂ, ਦੇਖ ਫਰੀਦਾ ਜੋਤੀਆ ਦਾੜੀ ਹੋਈ, ਦੇਖ ਫਰੀਦਾ ਜੋਤੀਆ ਦਾੜੀ ਹੋਈ, ਅਗੋਂ ਨੇੜਾ ਆਇਆ, ਪਿੱਛਾ ਰਹਿਆ ਦੂਰ, ਦੇਖ ਫਰੀਦਾ ਜੋਤੀਆ ਦਾੜੀ ਹੋਈ। ਪੂਰ ਦਾੜੀ ਦਾ ਮਤਲਬ ਚਿੱਟੀ ਦਾੜੀ ਨੂੰ ਨਹੀਂ ਕਹਿੰਦੇ ਨੇ। ਪੂਰ ਦਾ ਮਤਲਬ ਵਿਜ਼ਡਮ। ਦੇਖ ਫਰੀਦ ਕੀ ਹੋਇਆ, ਆਪਣੇ ਆਪ ਨੂੰ ਰੱਬ ਜੀ ਦੇ ਅੱਗੇ ਹਵਾਲੇ ਕਰਕੇ ਕਹਿੰਦੇ ਦੇਖੋ ਕੀ ਹੋ ਗਿਆ, ਕੈਸੀ ਅਵਸਥਾ ਬਣ ਗਈ ਹੈ, ਮੈਨੂੰ ਵਿਜ਼ਡਮ ਪ੍ਰਾਪਤ ਹੋ ਗਈ ਹੈ। ਅੱਗੋਂ ਨੇੜਾ ਆਇਆ। ਅੱਗੋਂ ਨੇੜਾ ਆਇਆ ਡਜ਼ ਨਾਟ ਮੀਨ ਕਿ ਮੇਰੀ ਸਰੀਰਕ ਡੈਥ ਹੋਣ ਵਾਲੀ ਹੈ, ਮੈਂ ਬੁੱਢਾ ਹੋ ਗਿਆ। ਮੈਨੂੰ ਰੱਬ ਜੀ ਦੀ ਮਿਲਣ ਦੀ ਅਵਸਥਾ ਦਾ ਸਮਾਂ ਆ ਗਿਆ। ਨਾਨਕ ਸੇ ਦੇ ਆਵਨ, ਸੱਦਣ ਆਰਾ ਸਿਮਰੀਏ ਜੀ, ਉਹਨੂੰ ਫੋਲੋ ਕਰੋ, ਉਹਦੇ ਸੱਦੇ ਨੂੰ, ਉਹਦੇ ਸੁਨੇ ਨੂੰ, ਉਹਦੇ ਦੱਸੇ ਮਾਰਗ ਨੂੰ ਜੇ ਫੋਲੋ ਕਰੋ। ਨਾਨਕ ਸੇ ਦੇ ਆਵਨ, ਸੇ ਦੇ ਆਵਨ मीन्स वो दिन आ ही जाते हैं। कौन से? मिलाप दे। मिलाप दे जित दिहाड़े तन वरी, साहिल लिखा ਮਲਕ ਜੇ ਕੰਨੀ ਸੁਣੀਦਾ, ਮਲਕ ਜੇ ਕੰਨੀ ਸੁਣੀਦਾ, ਮੂੰਹ ਦਿਖਾ ਲੈ ਆਏ, ਦਿਖਾਰੇ ਜਿਤ ਦਿਹਾੜੈ ਧਨ ਵਰੀ। ਧਨ ਕਹਿੰਦੇ ਨੇ ਮੱਤ ਨੂੰ। ਧਨ ਦਾ ਅਰਥ ਇੱਥੇ ਇਸਤਰੀ ਨਹੀਂ ਹੈ, ਮੱਤ। ਜਿਸ ਦਿਨ ਮੇਰੀ ਮੱਤ ਆਪਣੇ ਵਾਸਤੇ ਰੱਬੀ ਮਿਲਣ ਦੀ ਸੋਚਦੀ ਹੈ ਨਾ, ਵਰੀ ਸਾਹਿਲੇ ਲਿਖਾ ਹੈ, ਉਸ ਦਿਨ ਸ਼ੋਰ ਸ਼ਾਟ ਹੋ ਜਾਂਦਾ ਹੈ ਕਿ ਹੁਣ ਮਿਲਨ ਹੋ ਹੀ ਜਾਏਗਾ। ਸਾਹਾ ਲਿਖਿਆ ਗਿਆ। ਜਿਸ ਦਿਨ ਅਸੀਂ ਸੋਚ ਲਈਏ ਮੈਂ ਸੱਚ ਤੇ ਟੁਰਨਾ ਚਾਹੁੰਦਾ ਹਾਂ, ਕੋਈ ਰੁਕਾਵਟ ਨਹੀਂ ਪਾ ਸਕਦਾ।
ਕੋਈ ਹਰਡਲ ਨਹੀਂ ਬਣ ਸਕਦਾ। ਇਹਦਾ ਮਤਲਬ ਸਪਿਰਿਚੁਅਲਿਟੀ ਦੇ ਮਾਰਗ 'ਤੇ ਟੁਰਨ ਵਾਸਤੇ ਅਸੀਂ ਬਾਣੇ ਨਹੀਂ ਪਾਣੇ ਕਿ ਮੈਂ ਆਪਣੀ ਪਤਨੀ ਕਰਕੇ ਜਾਂ ਪਤੀ ਕਰਕੇ ਜਾਂ ਬੱਚਿਆਂ ਕਰਕੇ ਜਾਂ ਫਲਾਣੀ ਚੀਜ਼ ਕਰਕੇ ਫਲਾਣੀ ਰੁਕਾਵਟ ਕਰਕੇ ਮੈਂ ਸਪਿਰਿਚੁਅਲ ਪਾਥ 'ਤੇ ਨਹੀਂ ਟੁਰ ਪਾ ਰਿਹਾ। ਇਹ ਅੰਦਰ ਦਾ ਪਾਥ ਹੈ। ਡਿਸਾਈਡ ਤੂੰ ਕਰਨਾ ਹੈ। ਜਿਤ ਦਿਹਾੜੇ ਧਨਵਰੀ ਸਾਹਿਲ ਲੈ ਲਿਖਾਏ ਮਲਕ ਜੇ ਕੰਨੀ ਸੁਣੀ ਦਾ ਮੂੰਹ ਦਿਖਾ ਲਿਆ ਹੈ। ਉਹ ਜਿਹੜਾ ਵੇਲਾ ਮਿਲਣ ਦਾ ਆਇਆ ਨਾ, ਜਿਹਦੇ 'ਚ ਮੂੰਹ ਦਿਖਾਇਆ ਜਾਂਦਾ ਹੈ ਔਰ ਘੁੰਡ ਚੁੱਕਿਆ ਜਾਂਦਾ ਹੈ ਔਰ ਮਿਲਾਪ ਹੋ ਜਾਂਦਾ ਹੈ, ਉਹ ਆ ਹੀ ਜਾਂਦਾ ਹੈ ਸਮਾਂ। ਇਟ ਇਜ਼ ਅਪ ਟੂ ਯੂ। ਦੇਖ ਫਰੀਦਾ ਜੋਥੀਆ ਦਾੜੀ ਹੋਈ ਪੂਰ, ਅੱਗੋਂ ਨੇੜਾ ਆਇਆ। ਰੱਬ ਜੀ ਦੀ ਮਿਲਣ ਦਾ ਅਵਸਥਾ ਦਾ ਸਮਾਂ ਆ ਗਿਆ। ਪਿੱਛਾ ਰਿਹਾ ਦੂਰ। ਪਿੱਛਾ ਰਿਹਾ ਦੂਰ ਦਾ ਮਤਲਬ ਹੁੰਦਾ ਹੈ ਪਿਛਲੇ ਅਵਗੁਣ ਬਖਸ਼ ਲਏ, ਮੰਦੇ ਖਿਆਲ ਛੱਡ ਦਿੱਤੇ, ਮੰਦੀ ਅਵਸਥਾ ਛੁੱਟ ਗਈ। ਹੁਣ ਇਹ ਜਿਹੜਾ ਦੁੱਖ ਰੂਪੀ ਤੇਲ ਮੈਂ ਉਸ ਦੀਵੇ ਵਿੱਚ ਪਾਇਆ, ਇਹ ਵੱਲ ਸਾਰਾ ਸ਼ਬਦ ਨੂੰ ਅਸੀਂ ਸਾਧ ਸੰਗਤ ਜੀ ਨਾਲ ਸਮਝਾਂਗੇ, ਕਿਉਂਕਿ ਦੋਨੋਂ ਸ਼ਬਦਾਂ ਦੇ ਵਿਚਕਾਰ ਮੇਨ ਕੰਮ ਹੈ ਮੇਰੀ ਕਿਰਿਆ ਦਾ, ਮੈਨੂੰ ਕਿਸ ਤਰ੍ਹਾਂ ਕਰਨਾ ਹੈ। ਤਾਂ ਅਸੀਂ ਇਹਦੇ ਅੰਦਰ ਪਿੰਡ ਪੱਤਲ ਕਿਰਿਆ ਸਾਰਾ ਕੁਝ ਨਾਲ ਸਮਝਦੇ ਜਾਵਾਂਗੇ। ਪਿੰਡ ਦਾ ਮਤਲਬ ਹੁੰਦਾ ਹੈ, ਕੱਲ੍ਹ ਅਸੀਂ ਇੱਥੋਂ ਸ਼ੁਰੂ ਕੀਤਾ ਸੀ, ਕਿਉਂਕਿ ਅਸੀਂ ਮੇਨ ਟੌਪਿਕ ਰੱਖਣਾ ਹੈ ਰਾਮਕਲੀ ਸੱਧ। ਆਪਣਾ ਭੋਜਨ ਇਕੱਤਰ ਕਰਨਾ। ਜੀਂਦੇ ਜੀ ਮਰਨ ਤੋਂ ਬਾਅਦ ਕੋਈ ਪਿੰਡ ਭਰਾਣ ਦਾ ਗੁਰਮਤਿ 'ਚ ਕੌਨਸੈਪਟ ਨਹੀਂ ਹੈ। ਗੁਰ ਸਤਿਗੁਰ ਬੋਹਲ ਹਰ ਨਾਮ ਕਾ, ਵਡਭਾਗੀ ਸਿੱਖ ਗੁਣ ਸਾਂਝ ਕਰਾਵੈਂ। ਉਹਨੂੰ ਕਹਿੰਦੇ ਨੇ ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਅਸੀਂ ਨਾ ਆਪਣਾ ਬੀਜ ਬੋਂਦੇ ਹਾਂ। ਕਿਸ ਦਾ? ਸੰਤੋਖ ਦੇ ਭੋਜਨ ਦਾ। ਸੰਤੋਖ ਦੇ ਭੋਜਨ ਦਾ ਬੀਜ ਬੋਂਦੇ ਹਾਂ। ਮੈਂ ਜੀਂਦੇ ਜੀ ਆਪਣਾ ਪਿੰਡ ਭਰਾ ਰਿਹਾ ਹਾਂ, ਮੈਂ ਆਪਣਾ ਪਿੰਡ ਤਿਆਰ ਕਰ ਰਿਹਾ। ਉਹਨੂੰ ਕਹਿੰਦੇ ਨੇ ਸਤਿਗੁਰ ਦੀ ਮੱਤ ਰਾਹੀਂ ਮਿਲ ਮਾਤ ਪਿਤਾ ਪਿੰਡ ਕਮਾਇਆ। ਇੱਕ ਤਾਂ ਸਾਡੇ ਮਾਤਾ ਪਿਤਾ ਦੇ ਨਾਲ ਸਾਡਾ ਸਰੀਰ ਬਣਦਾ ਹੈ, ਪਰ ਮੇਰਾ ਆਤਮਿਕ ਪਰਿਵਾਰ ਬਣਾਉਣ ਵਾਸਤੇ ਮੈਂ ਸਤਿਗੁਰ ਦੀ ਮੱਤ ਲੈ ਕੇ ਆਪਣਾ ਮਾਤਾ ਪਿਤਾ ਬਣਾਇਆ। ਪੱਤਲ, ਉਹ ਪੱਤਲ ਉੱਤੇ ਪਿੰਡ ਰੱਖਦੇ ਨੇ। ਗੁਰੂ ਪਾਤਸ਼ਾਹ ਕਹਿੰਦੇ ਨੇ ਆਪਣੀ ਮਨ ਦੀ ਪੱਤਰੀ ਵਾਚਣੀ, ਆਪਣੇ ਵਿਚਾਰਾਂ ਦੇ ਪੱਤਰ ਦੇ ਭਾਂਡੇ ਨੂੰ ਠੀਕ ਕਰਨਾ, ਭਾਂਡਾ ਬਣਾਉਣਾ ਜਿਹਦੇ 'ਤੇ ਭੋਜਨ ਨੂੰ ਰੱਖਿਆ ਜਾਂਦਾ ਹੈ। ਕਿਰਿਆ, ਆਪਣਾ ਆਚਰਣ ਬਣਾਉਣਾ। ਹੁਣ ਤੱਕ ਅਸੀਂ ਸੁਣਿਆ ਸੀ ਫਲਾਣਾ ਮਰ ਗਿਆ, ਉਹਦੀ ਕਿਰਿਆ ਦਾ ਭੋਗ ਫਲਾਣੇ ਦਿਨ ਹੈ। ਹੁਣ ਗੁਰੂ ਪਾਤਸ਼ਾਹ ਪਿੰਡ ਪੱਤਲ ਕਿਰਿਆ ਕਹਿ ਰਹੇ ਨੇ, ਆਪਣਾ ਆਚਰਣ ਬਣਾਉਣਾ। ਆਪਣਾ ਹੱਥੀਂ ਆਪਣਾ ਆਪੇ ਹੀ ਕਾਜ ਸਵਾਰਨਾ, ਕਿ ਮੈਂ ਆਪਣਾ ਆਚਰਣ ਬਣਾਉਣਾ ਹੈ। ਆਪਣਾ ਆਚਰਣ ਬਣਾਉਣ ਨੂੰ ਗੁਰਮਤਿ 'ਚ ਕਿਰਿਆ ਕਹਿੰਦੇ ਨੇ। ਕੇਸੋਂ, ਕੇਸੋਂ ਦਾ ਮਤਲਬ ਹੁੰਦਾ ਹੈ ਸੁਭਾਅ, ਆਦਤ, ਦਸਤੂਰ, ਆਪਣੇ ਖਿਆਲ। ਜਦੋਂ ਆਏਗਾ ਕੇਸੋਂ ਕੇਸੋਂ ਕੂਕੀਏ, ਉਹਦਾ ਮਤਲਬ ਹੁੰਦਾ ਹੈ ਰੋਮ ਰੋਮ ਕਰਕੇ। ਮੇਰੇ ਸਰੀਰ ਅੰਦਰ ਬੇਅੰਤ ਰੋਮ ਨੇ, ਕੇਸ ਨੇ, ਰੋਮ ਰੋਮ ਕਰਕੇ, ਸਾਰੇ ਸਰੀਰ ਕਰਕੇ ਰੱਬੀ ਉਸਤਤ ਗੁਣਾ ਵਾਲਾ ਆਪਣਾ ਜੀਵਨ ਬਣਾਉਣਾ। ਸੋ ਮਨ ਦੇ ਥਾਟ ਪ੍ਰੋਸੈਸ ਨਾਲ ਸੁਭਾਅ ਬਣਦਾ ਹੈ। ਨਿਜ ਘਰ ਦੀ ਮੱਤ ਲੈਣਾ, ਇਸ ਨੂੰ ਕੇਸੋਂ ਕੇਸੋਂ ਕੂਕੀਏ ਕਹਿੰਦੇ ਨੇ। ਆਪਣੇ ਕੇਸੋਂ ਸਾਡਾ ਇਸ ਦੇ ਵਿੱਚ ਇਹ ਟਰਮਸ ਆਉਣਗੀਆਂ। ਮੈਂ ਟਰਮਸ ਨੂੰ ਥੋੜ੍ਹਾ ਛੇਤੀ ਲਵਾਂਗਾ ਤਾਂ ਕਿ ਅਸੀਂ ਆਪਣੇ ਸ਼ਬਦ ਵੱਲ ਅੱਗੇ ਵੱਧ ਸਕੀਏ। ਸੋ ਪਿੰਡ ਸੱਚਾ ਭੋਜਨ ਇਕੱਠਾ ਕਰਨਾ, ਇਟ ਕੈਨ ਬੀ ਅਚੀਵਡ ਬਾਈ, ਜੋ ਦਿਨ ਰਾਤ ਮੈਂ ਰੋਮ ਰੋਮ ਕਰਕੇ ਰੱਬੀ ਗੁਣਾਂ ਨੂੰ ਲੈ ਕੇ ਸੰਤੋਖੀ ਬਣਾਂਗਾ। ਮੇਰੀਆਂ ਅੱਖਾਂ ਵੀ ਸੰਤੋਖੀ ਹੋ ਜਾਣ, ਮੇਰੀ ਜੀਭ ਵੀ ਸੰਤੋਖੀ ਹੋ ਜਾਏ, ਮੇਰੇ ਕੰਨ ਵੀ ਸੰਤੋਖੀ ਹੋ ਜਾਣ। ਜੀਭ ਸੰਤੋਖੀ ਹੋ ਗਈ, ਮੇਰੀ ਜੀਭ ਫਿੱਕੇ ਬੋਲ, ਨਿੰਦਾ ਦੇ ਬੋਲ, ਗਾਲਾਂ ਕੱਢਣ ਵਾਲੇ ਬੋਲ ਨਹੀਂ ਬੋਲਿਆ ਕਰੇਗੀ, ਸੰਤੋਖੀ ਹੋ ਗਈ। ਮੇਰੇ ਕੰਨ ਸੰਤੋਖੀ ਹੋ ਜਾਣਗੇ, ਮੇਰੇ ਕੰਨ ਨਿੰਦਾ ਸੁਣਿਆ ਨਹੀਂ ਕਰਨਗੇ, ਮੰਦੀਆਂ ਗੱਲਾਂ ਨਹੀਂ ਸੁਣਿਆ ਕਰਨਗੇ। ਇਸ ਤਰੀਕੇ ਦੇ ਨਾਲ ਅੱਖਾਂ ਸੰਤੋਖੀ ਹੋ ਜਾਂਦੀਆਂ ਨੇ। ਫਿਰ ਅਸੀਂ ਅੱਖੀਂ ਵੇਖਣਾ ਰੱਜੀਆਂ ਬੋ ਰੰਗ ਤਮਾਸ਼ੇ ਵਾਲੀ ਗੱਲ ਤੋਂ ਛੁੱਟ ਜਾਂਦੇ ਹਾਂ। ਜਿਹੜਾ ਹੱਠ, ਲੋਭ, ਪਾਖੰਡ ਬਗੈਰ ਭੋਜਨ ਪ੍ਰਾਪਤ ਕੀਤਾ ਜਾਂਦਾ ਨਾ, ਉਹਨੂੰ ਸੰਤੋਖੀ ਭੋਜਨ ਕਹਿੰਦੇ ਨੇ। ਸੋ ਇਸ ਤਰੀਕੇ ਦੇ ਨਾਲ ਸਾਡਾ ਸੁਚੱਜੀ ਮਤ ਅਤੇ ਸੰਤੋਖੀ ਮਾਤਾ ਪਿਤਾ ਪ੍ਰਾਪਤ ਹੁੰਦੇ ਨੇ। ਸਾਡਾ ਪਿਤਰੀ ਹੋਏ ਉਧਾਰੋ ਹੁੰਦਾ ਹੈ। ਪਿਤਰੀ ਹੋਏ ਉਧਾਰੋ ਅਸੀਂ ਸ਼ਬਦ ਪੜ੍ਹਿਆ ਹੋਇਆ ਸਭ ਨੇ, ਪੂਤਾ ਮਾਤਾ ਕੀ ਸੀਸ। ਉਹਦੀ ਪਹਿਲੀ ਪੰਕਤੀ ਆਉਂਦੀ ਹੈ, ਜਿਸ ਸਿਮਰਤ ਸਭ ਕਿਲ ਵਿਖ ਨਾਸੈ, ਪਿਤਰੀ ਹੋਏ ਉਧਾਰੋ।
ਜਦੋਂ ਮੈਂ ਸੱਚ ਦੀ ਮੱਤ ਲੈਂਦਾ ਹਾਂ, ਸੁਚੱਜੀ ਮੱਤ ਲੈ ਕੇ ਮੇਰੀ ਮਾਤਾ ਮਤ ਪਿਤਾ ਸੰਤੋਖ ਬਣਦੇ ਨੇ, ਮੈਨੂੰ ਸੁਚੱਜਾ ਤਿਆਰ ਕਰਦੇ ਨੇ, ਮੇਰਾ ਮਨ ਨਵਾਂ ਪੁੱਤਰ ਜੰਮਦਾ ਹੈ। ਜਦੋਂ ਮੇਰਾ ਮਨ ਨਵਾਂ ਪੁੱਤਰ ਜੰਮਦਾ, ਉਹਨੂੰ ਜੰਮਿਆ ਪੂਤ ਭਗਤ ਗੋਬਿੰਦ ਕਾ ਕਹਿੰਦੇ ਨੇ। ਜਦੋਂ ਮੇਰਾ ਮਨ ਨਵਾਂ ਜੰਮਦਾ ਹੈ ਤਾਂ ਇਸ ਨਵੇਂ ਜੰਮੇ ਹੋਏ ਮਨ ਦੇ ਆਪਣੇ ਧੀਆਂ ਪੁੱਤਰ ਜੰਮਦੇ ਨੇ, ਸੱਚ ਸੰਤਤ ਕਰ ਇਹ ਵਿਸੇਕ ਵਾਲੇ ਜੰਮਦੇ ਨੇ। ਅਸੀਂ ਮਾਂ ਸੈਮੀਨਾਰ ਕੀਤਾ ਸੀ, ਉਹਦੀ ਤੁਹਾਨੂੰ ਬਾਹਰ CD ਵੀ ਮਿਲੇਗੀ, ਪੈਨ ਡਰਾਈਵ ਵੀ ਮਿਲੇਗੀ। ਉਹਦੇ ਅੰਦਰ ਸਮਝਿਆ ਸੀ ਮਾਤਾ ਮਤ ਪਿਤਾ ਸੰਤੋਖ ਸੱਤ ਭਾਈ ਕਰ ਇਹ ਵਿਸੇਕ। ਤਾਂ ਅਸੀਂ ਉਹਦੇ ਵਿੱਚ ਇਹ ਸਮਝਿਆ ਸੀ ਕਿ ਮੈਨੂੰ ਪੁੱਛ ਕੇ ਨਹੀਂ ਜੰਮਿਆ ਗਿਆ ਕਿ ਮੈਂ ਕਿਹੜੇ ਮਾਂ ਪਿਓ ਦੇ ਘਰ ਜੰਮਾਂ। ਮੈਨੂੰ ਪੁੱਛ ਕੇ ਨਹੀਂ ਜੰਮਿਆ ਗਿਆ ਮੈਂ ਕਿਹੜੇ ਧਰਮ ਵਾਲਿਆਂ ਦੇ ਘਰ ਜੰਮਾਂ। ਮੈਨੂੰ ਪੁੱਛ ਕੇ ਨਹੀਂ ਜੰਮਿਆ ਗਿਆ ਮੇਰੇ ਭੈਣ ਭਰਾ ਕਿਹੜੇ ਹੋਣ। ਮੈਨੂੰ ਪੁੱਛ ਕੇ ਨਹੀਂ ਜੰਮਿਆ ਗਿਆ ਮੇਰੀ ਪਤਨੀ ਕੈਸੀ ਹੋਵੇ। ਅਲਟੀਮੇਟਲੀ ਕਰਦਿਆਂ ਕਰਾਉਂਦਿਆਂ ਇਹ ਸਾਰਾ ਕੁਝ ਮੇਰੇ ਵੱਸੋਂ ਬਾਹਰ ਸੀ। ਲੇਕਿਨ ਮਾਤਾ ਮਤ ਪਿਤਾ ਸੰਤੋਖ ਵਾਲਾ ਸ਼ਬਦ ਪੜ੍ਹਿਆ ਤਾਂ ਉਹਦੇ ਵਿੱਚ ਸਾਰਾ ਆਤਮਿਕ ਪਰਿਵਾਰ, ਜਿਸ ਨੂੰ ਸਪਿਰਿਚੁਅਲ ਪਰਿਵਾਰ ਕਹਿੰਦੇ ਨੇ, ਆਪਣੇ ਅੰਦਰ ਦਾ ਅਸੀਂ ਤਿਆਰ ਕਰਦੇ ਹਾਂ। ਸਾਡੇ ਅੰਦਰ ਦਾ ਜਿਹੜਾ ਚੰਗਾ ਪਰਿਵਾਰ ਤਿਆਰ ਕਰਦੇ ਹਾਂ ਉਹਨੂੰ ਵੀ ਕੁਟੰਬ ਕਹਿੰਦੇ ਨੇ। ਜੇ ਮੰਦੇ ਖਿਆਲਾਂ ਦਾ ਪਰਿਵਾਰ ਤਿਆਰ ਕਰਦੇ ਹਾਂ ਉਹਨੂੰ ਵੀ ਕੁਟੰਬ ਕਹਿੰਦੇ ਨੇ। ਜਦੋਂ ਸ਼ਬਦ ਪੜਾਂਗੇ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲਣਾ ਨਹੀਂ ਤੇਰੇ ਨਾਲੇ, ਉਹ ਇਹ ਕੁਟੰਬ ਮੇਰੇ ਬਾਇਓਲੋਜੀਕਲ ਸਰੀਰਕ ਮੰਮੀ ਪਾਪਾ ਭੈਣ ਭਰਾ ਬਾਰੇ ਨਹੀਂ ਕਹਿ ਰਹੇ ਨੇ, ਉਹ ਮੇਰੇ ਅੰਦਰ ਦੇ ਮੰਦੇ ਖਿਆਲਾਂ ਦੇ ਕੁਟੰਬ ਨੂੰ ਕਹਿੰਦੇ ਨੇ। ਤੂੰ ਜਿਹੜੇ ਭੈੜੇ ਖਿਆਲਾਂ ਦੇ ਅੰਦਰ ਸਾਖ ਸੰਬੰਧੀ ਬਣਾਏ ਹੋਏ ਨੇ ਨਾ, ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਹੀਂ ਤੇਰੇ ਨਾਲੇ। ਮੈਂ ਇਸ ਤਰ੍ਹਾਂ ਸਾਂਝ ਕਿਉਂ ਕਰ ਰਿਹਾ ਤਾਂ ਕਿ ਸਾਨੂੰ ਬਾਣੀ ਪੜ੍ਹ ਕੇ ਇਹ ਗੱਲ ਦਾ ਧਿਆਨ ਰੱਖਣਾ ਹੈ ਕਿ ਬਾਣੀ ਗ੍ਰਸਥੀ ਜੀਵਨ ਸਿਖਾਉਂਦੀ ਹੈ ਅਤੇ ਗ੍ਰਸਥੀ ਜੀਵਨ ਵਿੱਚ ਸਾਡੇ ਮੰਮੀ ਪਾਪਾ ਭੈਣ ਭਰਾ ਨੂੰ ਨਿੰਦਦੀ ਨਹੀਂ ਹੈ, ਬਲਕਿ ਉਹਨਾਂ ਦੇ ਨਾਲ ਸਾਂਝ ਕਰਨਾ ਸਿਖਾਉਂਦੀ ਹੈ। ਗ੍ਰਸਥੀ ਸਿਖਾਉਂਦੀ ਹੈ ਔਰ ਗ੍ਰਸਥੀ ਸਿਖਾ ਕੇ ਆਨੰਦ ਕਾਰਜ ਕਰਾਉਂਦੀ ਹੈ ਔਰ ਆਪਣਾ ਫਰਜ਼ ਨਿਭਾਉਣ ਵਾਸਤੇ ਸਾਨੂੰ ਕਹਿੰਦੀ ਹੈ ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਬਣਾਏ। ਆਪਣਾ ਪਰਿਵਾਰ ਵੀ ਪਾਲ ਔਰ ਇਹਦੇ ਨਾਲ ਕਿਰਤ ਵਿਰਤ ਕਰ ਔਰ ਆਪਣੇ ਆਸ-ਪਾਸ ਦੇ ਸਮਾਜ ਦਾ ਵੀ ਧਿਆਨ ਰੱਖ। ਸਾਨੂੰ ਨਾਲੋਂ ਨਾਲ ਸਿਖਾਉਂਦੀ ਹੈ ਬਾਣੀ। ਇਹਦਾ ਮਤਲਬ ਕੁਟੰਬ ਨੂੰ ਗੁਰਬਾਣੀ ਕੰਡੈਮ ਨਹੀਂ ਕਰਦੀ ਹੈ। ਸੋ ਇਹ ਕੁਟੰਬ ਕਿਹੜਾ ਵਾਲਾ ਹੁੰਦਾ ਹੈ, ਸਾਨੂੰ ਕਬੀਰ ਜੀ ਨੇ ਸਮਝਾਇਆ ਹੋਇਆ। ਕਬੀਰ ਜੀ ਕਹਿੰਦੇ ਨੇ, ਕੋਹੈ ਲੜਕਾ ਵੇਚੇ ਲੜਕੀ ਵੇਚੈ ਕੋਏ, ਸਾਂਝਾ ਕਰੇ ਕਬੀਰ ਸਿਓ ਹਰਸੋ ਬੰਜ ਕਰੇ। ਕਬੀਰ ਸਾਹਿਬ ਕਹਿੰਦੇ ਨੇ, ਐਸਾ ਕੋਈ ਨਾ ਜਨਮਿਓ ਆਪਣੇ ਘਰ ਲਾਵੇ ਆਗ, ਪਾਂਚੋਂ ਲੜਕਾ ਜਾਰ ਕੇ ਰਹਿ ਰਾਮ ਦੀ ਲਾਗ। ਲੋਕਾਂ ਦੇ ਮਸਾਂ ਇੱਕ ਇੱਕ ਪੁੱਤਰ ਹੁੰਦਾ। ਕਬੀਰ ਜੀ ਪੰਜੋ ਪੁੱਤਰ ਸਾੜਨ ਦੀ ਗੱਲ ਕਰ ਰਹੇ ਨੇ। ਕਿਹੜੇ ਪੰਜੋ ਪੁੱਤਰ? ਅੰਦਰ ਦੇ ਜਿਹੜੇ ਤੂੰ ਕਾਮ ਕ੍ਰੋਧ ਮੋਹੰਕਾਰ ਵਾਲੇ ਮੰਦੇ ਖਿਆਲਾਂ ਦੇ ਪੰਜੇ ਪੁੱਤਰ ਬਣਾਏ ਹੋਏ ਨੇ। ਧੀਆਂ ਕਿਹੜੀਆਂ ਹੁੰਦੀਆਂ? ਆਸ਼ਾ, ਤ੍ਰਿਸ਼ਨਾ, ਨਿੰਦਾ, ਚੁਗਲੀ, ਐਸੇ ਵਾਲੇ ਖਿਆਲ ਸੁਭਾਅ ਮੇਰੀਆਂ ਧੀਆਂ ਨੇ। ਇਸ ਤਰੀਕੇ ਦੇ ਨਾਲ ਸਾਡੇ ਅੰਦਰ ਦਾ ਸਾਰਾ ਟੱਬਰ ਹੁੰਦਾ। ਸੁਨੋ ਦਰਾਣੀ ਸੁਨੋ ਜਠਾਣੀ ਅਚਰਜ ਏਕ ਪਿਓ। ਇਹ ਕੋਈ ਪਰਿਵਾਰਕ ਦਰਾਣੀ ਜਠਾਣੀ ਦੀ ਗੱਲ ਨਹੀਂ ਚੱਲ ਰਹੀ। ਸਾਸ ਕੀ ਦੁਖੀ ਸਸੁਰ ਕੀ ਪਿਆਰੀ, ਇਹ ਸੱਸ ਤੋਂ ਦੁਖੀ ਦੇ ਬਾਰੇ ਸ਼ਬਦ ਨਹੀਂ ਚੱਲ ਰਿਹਾ। ਅੰਦਰ ਦੀ ਅਵਿਦਿਆ ਤੋਂ ਮੈਂ ਦੁਖੀ ਹਾਂ। ਇਸ ਤਰੀਕੇ ਦੇ ਕਾਸ਼ ਅਸੀਂ ਇਹ ਅੰਦਰ ਦੇ ਟੱਬਰ ਨੂੰ ਲੱਭਣ ਦੀ ਕੋਸ਼ਿਸ਼ ਕਰੀਏ। ਜਦੋਂ ਅਸੀਂ ਅੰਦਰ ਦੇ ਟੱਬਰ ਨੂੰ ਨਹੀਂ ਲੱਭਿਆ ਨਾ, ਤਾਂ ਸਾਨੂੰ ਬਾਹਰਲੇ ਕੁਟੰਬ ਦੇ ਨਾਲ ਜੋੜ ਦਿੱਤਾ ਗਿਆ ਔਰ ਬਾਹਰਲੇ ਕੁਟੰਬ ਦੇ ਨਾਲ ਜੋੜ ਕੇ ਬਾਹਰਲੇ ਕੁਟੰਬ ਦੀ ਨਿੰਦਾ ਕਰ ਦਿੱਤੀ। ਨਿੰਦਾ ਕਿਹਨਾਂ ਨੇ ਕੀਤੀ? ਜਿਨ੍ਹਾਂ ਦਾ ਨਾਂ ਅਸੀਂ ਪਹਿਲਾਂ ਹਜ਼ਾਰਾਂ ਸਾਲਾਂ ਤੋਂ ਬ੍ਰਹਮਚਾਰੀ ਰੱਖਿਆ ਹੋਇਆ ਸੀ, ਪੰਜਾਬੀ ਵਿੱਚ ਉਹਨਾਂ ਦਾ ਬ੍ਰਹਮ ਗਿਆਨੀ ਨਾਂ ਰੱਖ ਦਿੱਤਾ। ਇਹ ਬ੍ਰਹਮ ਗਿਆਨੀ ਜੀ ਨੇ, ਇਹਨਾਂ ਨੇ ਵਿਆਹ ਨਹੀਂ ਕਰਾਇਆ ਹੈ, ਇਹ ਇਸਤਰੀ ਨੂੰ ਹੱਥ ਨਹੀਂ ਲਾਉਂਦੇ ਨੇ, ਇਹ ਨੋਟਾਂ ਨੂੰ ਹੱਥ ਨਹੀਂ ਲਾਉਂਦੇ ਨੇ, ਇਹ ਕੰਮ ਕਾਜ ਕੋਈ ਨਹੀਂ ਕਰਦੇ ਨੇ। ਪਰ ਮੈਂ ਰਿਕੁਐਸਟ ਕੀਤੀ ਸੀ, ਜੇ ਮੈਂ ਆਪਣੇ ਆਪ ਨੂੰ ਬ੍ਰਹਮ ਗਿਆਨੀ ਸਮਝਾਂ ਔਰ ਮੈਂ ਕਹਾਂ ਕਿ ਧਰਮ ਦੇ ਰਸਤੇ 'ਤੇ ਇਸਤਰੀ ਰੁਕਾਵਟ ਹੈ, ਇਫ ਆਈ ਸੇ ਦਿਸ, ਮੈਂ ਤੇ ਡੇਰ ਨਹੀਂ ਕਰ ਸਕਦਾ ਪਰ ਐਸਿਊਮ ਕਰ ਰਿਹਾ, ਮੈਂ ਆਪਣੇ ਆਪ ਨੂੰ ਬ੍ਰਹਮ ਗਿਆਨੀ ਸਮਝਾਂ ਔਰ ਮੈਂ ਕਹਾਂ ਇਸਤਰੀ ਰਸਤੇ 'ਚ ਰੁਕਾਵਟ ਹੈ, ਇਸਤਰੀ ਪਾਪ ਹੈ, ਇਸਤਰੀ ਨਰਕ ਦਾ ਦੁਆਰ ਹੈ, ਇਸਤਰੀ ਨੂੰ ਹੱਥ ਨਹੀਂ ਲਾਉਣਾ ਚਾਹੀਦਾ, ਤਾਂ ਮੈਂ ਬਹੁਤ ਭਾਰੀ ਗਲਤੀ ਕਰ ਰਿਹਾ। ਕਿਉਂਕਿ ਜੇ ਮੇਰੀ ਮਾਂ ਮੈਨੂੰ ਜੰਮਦੀ ਹੀ ਨਾ, ਜੇ ਮੇਰੀ ਮਾਂ ਆਪਣਾ ਜੋਬਨ ਵਾਰਦੀ ਹੀ ਨਾ, ਤਾਂ ਮੈਂ 100 ਕੜ ਬ੍ਰਹਮ ਗਿਆਨੀ ਪੈਦਾ ਹੀ ਨਹੀਂ ਸੀ ਹੋਣਾ। ਗੁਰਮਤ ਦੇ ਦਾਇਰੇ ਦੇ ਅੰਦਰ ਜਦੋਂ ਅਸੀਂ ਆਉਂਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਇਸਤਰੀ ਦੀ ਨਿੰਦਾ ਨਹੀਂ ਕਰਨੀ ਚਾਹੀਦੀ। ਇਕੁਐਲਿਟੀ ਦਾ ਇੱਕ ਬਹੁਤ ਵੱਡਾ ਪੁਆਇੰਟ ਹੈ।
ਕਾਸ਼ ਸਾਡੇ ਨੌਜਵਾਨ ਕੰਪੈरेटिव स्टडी ਕਰਨ ਔਰ ਸਮਝਣ ਕਿ ਗੁਰਮਤ ਕਿਤਨੇ ਕਿਤਨੇ ਸੁਨਹਿਰੀ ਮਾਈਲਸਟੋਨ, ਕਿਤਨੇ ਸੌਖੇ ਮਾਈਲਸਟੋਨ डिवाइन पाथ वास्ते, मोरैलिटी वास्ते, सारे समाज की चंगी काड़त वास्ते कितने कीमती पॉइंट दसते ने और कितने सौखे दसते ने। मैं तो ब्रह्म ज्ञानी हो गया और मैं रब की जिहड़ा प्रोक्रिएशन का सिस्टम मैं उन्होंने स्टॉप कर दिता। मैनू किने हक दे दिता कि मैं रब की बनाई इस्त्री नूं कंडैम करा, मैं उसकी निंदा करा। तो मैं सब तो वड्डा पाप कर रहा क्योंकि मैं अपनी माँ की कीती हुई मेहनत नूं अणगौलिया कर रहा जी मैं अपने आप नूं ब्रह्म ज्ञानी समझा। सो गुरमत बिल्कुल इस नूं नहीं मनती। तो मैं गल कर रहा सी कि सानू अपने अंदर दे टब्बर बनाण बारे गुरमत सिखाती है। सो कबीर जी कहते ने ऐसा कोई ना जन्मे अपने कर लावे आग, पांचों लड़का जार के रह विभाग, अपने अंदर दे मंदे ख्यालों वाले टब्बर नूं साड़ दे, मंदे ख्यालों के टब्बर नूं छड्ड दे। जदों असीं इस नूं समझदे हां तां सानूं पता लगदा है हब्बे साख कुड़ावे डिठे तो पल्ले तैंडे लागी। उस कुड़ी बारे नहीं कह रहे जिहदा अज आनंद कारज हो रहा तो वो अपने सारे टब्बर नूं कुड़ावा समझ लवे। अंदर दे ख्यालों की गल चल रही है। उस्तत निंदा नानक जी मैं हब वजाई छोड़िया हब किच त्यागी सब कुछ छोड़ता। हब्बे साख कुड़ावे डिठे, मैं जिन्हां नाल साख संबंध बनाया होया सी, मेरे मंदे ख्यालों वाले धीआं पुत्तर भैण भरा, मंदे ख्यालों वाले, बायोलॉजिकल नहीं, मंदे ख्यालों वालियां नाल मैं साख छोड़ दिता, तोड़ दिता। कुड़ी ही नहीं छड्डदी है, मुंडे नूं भी छड्डना पैंदा है, सस सहुरे नूं भी छड्डना पैंदा, हर किसी नूं छड्डना पैंदा है। तो पल्ले तैंडे लागी। ये गल वखरी है कि असी उस श्लोक नूं सिर्फ आनंद कारज वेले ही पढ़ते हाँ, है वो दरअसल मेरे वास्ते, क्योंकि कल तो असी ये टॉपिक शुरू किया रामकली साध, मैं अपने वास्ते समझ रहा, अपनी क्रिया करन लगा हाँ, अपनी जीवतियाँ मर रही है सीख रहा, अपनी जींदे जी मुक्त अवस्था प्राप्त करनी है, आप जींदे जी रब्बी मिलन की अवस्था प्राप्त करनी है। उहदे वास्ते गुरु अमरदास पातशाह जी की ये बाणी मैनू रब्बी मिलन का सद्दा दे रही है। किस तरह रब जी का निज घर चों सद्दा सुनाई देता है तो किस तरह मन भगत बन जाता है। असी इस टॉपिक नूं अगे लैके चलांगे। मेरा टाइम बड़ा लिमिटेड है तो मैं अपने टाइम नूं क्रॉस नहीं करना चाहता। साडे कोल होर बाकी दे 4 दिन ने, उन्हां विच असीं इस शब्द नूं और रामकली साध नूं समझण दा यतन करांगे। भुल्लां चुक्कां दी खिमा, पितरी होए उधारों तो कल असीं अगे टुरांगे। वाहिगुरू जी का खालसा, वाहिगुरू जी की फतेह।